ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ।
ਸਵਈਆ। ਮੰਦ ਮੰਦ ਚਾਲ ਉਤਸਵ ਕਰਤੇ, ਗ੍ਰਾਮ ਖਡੂਰ ਪਹੁੰਚੇ ਜਾਏ। ਸ਼੍ਰੀ ਅੰਗਦ ਜੀ ਜਹਾਂ ਦੇਹੁਰਾ, ਪ੍ਰੇਮ ਸਹਿਤ ਤਹਿ ਸੀਸ ਨਿਵਾਏ। ਚਾਰ ਪ੍ਰਦਛਨ ਦੇ ਪ੍ਰਸਾਦ, ਬਾਹ ਕਰ ਅਰਦਾਸ ਸਭਿਨ ਬਰਤਾਏ। ਧਿਆਨ ਧਰ ਕਰ ਬਿਨੈ ਭਾਖ ਕਰ, ਮਹਾ ਸੁਜਾਸ ਕੋ ਕਥਿਓ ਬਨਾਏ। ਮੰਦ ਮੰਦ ਚਾਲ ਉਤਸਵ ਕਰਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਹਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਨ ਕੇ ਭਾਗ ਵੱਡੇ ਹੈ ਭਾਈ, ਤਨ ਸਾਧੂ ਸੰਗ ਮੁਖ ਜੁਰੇ। ਵਡਭਾਗੇ ਹਾਂ ਅਬ ਕਲੂ ਆਇਓ ਰੇ, ਇਕ ਨਾਮ ਬੋਵਹ ਬੋਵਹ, ਅਨਰੂਤ ਨਾਹੀ ਨਾਹੀ, ਮਤ ਪਰਮ ਭੂਲਹ ਭੂਲਹ। ਵੱਡੇ ਭਾਗਾਂ ਦੇ ਸਦਕਾ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰਾ ਹਜੂਰ ਜਾਹਰਾ ਜਹੂਰ, ਦੀਨਾ ਬੰਧੂ ਭਗਤ ਵਛਲ ਗੁਰੂ ਗਰੀਬ ਨਵਾਜ, 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਵਰੂਪ ਸ਼ਬਦ ਅਵਤਾਰ। ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪਾਂ ਨੇਤਰਾਂ ਨੂੰ ਸਫਲਿਆਂ ਕੀਤਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਮਿਹਰਾਮਤ ਦੇ ਸਦਕਾ ਆਪ ਸਰਬੱਤ ਸੰਗਤਾਂ ਨਿਤਾ ਪ੍ਰਤੀ ਗਰੀਬ ਨਵਾਜ ਮਹਾਰਾਜ ਦੇ ਪਾਵਨ ਪਵਿੱਤਰ ਦਰ ਘਰ ਦੀ ਸੋਭਾ ਕਥਾ ਸ਼੍ਰੀ ਗੁਰੂ ਪ੍ਰਤਾਪ ਗ੍ਰੰਥ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਜਿਵੇਂ ਕਵੀ ਸੰਤੋਖ ਸਿੰਘ ਸਾਹਿਬ ਜੀ ਅੰਕਿਤ ਕੀਤੀ, ਉਹ ਪ੍ਰਕਰਨ ਅਰ ਮਹਾਰਾਜ ਦੇ ਗਰੀਬ ਨਵਾਜ ਦੇ ਚਰਨਾਂ ਦੀਆਂ ਜੀਵਨ ਦੀਆਂ ਪਵਿੱਤਰ ਵਡਿਆਈਆਂ ਸੁਣ ਕੇ ਆਪਣੇ ਸਮੇਂ ਨੂੰ ਮਨੁੱਖੇ ਜੀਵਨ ਨੂੰ ਸਫਲਾ ਬਣਾਉਂਦੇ ਹੋ। ਕਾਲ ਦੀ ਬਾਣ ਵਿੱਚ ਜਥਾ ਪ੍ਰਸੰਗ ਆਪਾਂ ਸ਼ਰਵਣ ਕੀਤਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ, ਜਿਨ੍ਹਾਂ ਨੇ ਨਿਮਰਤਾ ਦਾ ਸ਼ਿਖਰ ਕਰਦਿਆਂ ਹੋਇਆਂ ਬਾਬਾ ਮੋਹਰੀ ਜੀ ਪਾਸੋਂ ਪੋਥੀਆਂ ਪ੍ਰਾਪਤ ਕੀਤੀਆਂ। ਵਾਪਸ ਮੁੜਦਿਆਂ ਨੂੰ ਧੰਨ ਧੰਨ ਬਾਬਾ ਮੋਹਰੀ ਜੀ ਸਤਿਪੁਰਖਾਂ ਨੇ, ਜਿਹੜੇ ਗੁਰੂ ਅਮਰਦਾਸ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਹਨਗੇ, ਉਹਨਾਂ ਬੇਨਤੀ ਕਰਕੇ ਆਪਣੇ ਗ੍ਰਹਿ ਵਿਖੇ ਚਰਨ ਪਵਾਏ ਸਨ। ਸਾਰੇ ਪਰਿਵਾਰ ਨੇ ਰਲ ਮਿਲ ਕਰਕੇ ਪ੍ਰਸ਼ਾਦਾ ਪਾਣੀ ਛਕਣ ਉਪਰੰਤ ਮਹਾਰਾਜ ਨੂੰ ਸੁੰਦਰ ਸਿੰਘਾਸਨ ਪਲੰਘਾ ਸਾਹਿਬ ਹਾਜ਼ਰ ਕੀਤਾ। ਗਰੀਬ ਨਵਾਜ ਨੇ ਇੱਕ ਰਾਤ ਇੱਥੇ ਬਾਬਾ ਮੋਹਰੀ ਜੀਆਂ ਦੇ ਘਰ ਵਿੱਚ ਬਤੀਤ ਕਰਨ ਉਪਰੰਤ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹੋਏ ਮਹਾਰਾਜ ਜੀ ਆਪਣਾ ਕਿਰਿਆ ਸੋਧਣ ਤੋਂ ਬਾਅਦ ਕੁਝ ਸਮਾਂ ਧਿਆਨ ਵਿੱਚ ਮਗਨ ਰਹੇ। ਫਿਰ ਗਰੀਬ ਨਵਾਜ ਨੇ ਇੱਛਾ ਕੀਤੀ ਵੀ ਸਾਡੇ ਵੱਡੇ ਸਤਿਗੁਰੂ ਨਾਨਾ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਿਉਰੇ ਦੇ ਦਰਸ਼ਨ ਕਰੀਏ। ਸੰਗਤਾਂ ਸਮੇਤ ਸੱਚੇ ਪਾਤਸ਼ਾਹ ਜੀ ਬਿਆਸ ਦਰਿਆ ਦੇ ਕੰਢੇ 'ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਦਿਉਰੇ, ਜਿੱਥੇ ਸਤਿਗੁਰਾਂ ਦਾ ਅੰਤਮ ਸੰਸਕਾਰ ਹੋਇਆ, ਦੇ ਦਰਸ਼ਨ ਕੀਤੇ। ਦਰਸ਼ਨ ਦੀਦਾਰ ਕਰਦਿਆਂ ਅਰਦਾਸ ਬੇਨਤੀ ਕੀਤੀ। ਪੰਚਮ ਕੜਾਹ ਪ੍ਰਸ਼ਾਦ ਦੀ ਖੁੱਲ੍ਹੀ ਡੁੱਲੀ ਦੇਗ ਮੰਗਵਾਈ।
ਇਸੇ ਹੀ ਥਾਂ 'ਤੇ ਗੁਰੂ ਅਮਰਦਾਸ ਮਹਾਰਾਜ ਦੇ ਪੋਤੇ ਭਾਈ ਸੁੰਦਰ ਜੀਆਂ ਤੋਂ ਹਜ਼ੂਰ ਨੇ ਗੁਰੂ ਅਮਰਦਾਸ ਮਹਾਰਾਜ ਦੀ ਅੰਤਲੀ ਸਾਰੀ ਕਿਰਿਆ ਅਤੇ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਦੇਣ ਦਾ ਪ੍ਰਸੰਗ ਸ਼ਰਵਣ ਕੀਤਾ ਸੀ, ਜਿਸ ਨੂੰ ਮਹਾਰਾਜ ਨੇ ਫਿਰ ਭਾਈ ਸੁੰਦਰ ਜੀਆਂ ਨੂੰ ਆਖਿਆ ਸੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਲਿਖ ਰਹੇ ਹਾਂ, ਕੁਝ ਸਮੇਂ ਤੀਕਰ ਤੁਹਾਡੀ ਸਾਰੀ ਜੋ ਸਾਨੂੰ ਤੁਸਾਂ ਸੁਣਾਇਆ ਹੈ ਸਤਿਗੁਰੂ ਅਮਰਦਾਸ ਅੰਤਲੇ ਸਮੇਂ ਜੋ ਕਿਰਿਆ ਹੋਈ, ਜਿਵੇਂ ਸਿੱਖਾਂ ਨੂੰ ਉਪਦੇਸ਼ ਦਿੱਤਾ, ਉਹ ਅਸੀਂ ਰਾਮਕਲੀ ਰਾਗ ਅੰਦਰ ਰਾਮਕਲੀ ਸਦ ਸਰਲੇਖ ਹੇਠ ਤੁਹਾਡਾ ਇਹ ਗੁਰਬਾਣੀ ਰੂਪ ਸਾਰਾ ਬਿਰਤਾਂਤ ਸੁਣਾਇਆ ਲਿਖਾਂਗੇ। ਮਤ ਮੈਂ ਪਿੱਛੇ ਕੋਈ ਰੋਗ ਸੀ, ਸੋ ਮੈਂ ਮੂਲ ਨਾ ਪਾਇਆ। ਮੈਂ ਪਿੱਛੇ ਕੀਰਤਨ ਕਰਿਆ ਹੋ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ, ਜਿਹਦੇ ਵਿੱਚ ਇਹ ਵੀ ਪ੍ਰਸੰਗ ਆਪ ਜੀ ਰਾਮਕਲੀ ਸਦ ਅੰਦਰ ਸ਼ਰਵਣ ਕਰਦੇ ਹੋ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ, ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ। ਉਹ ਸਾਰਾ ਹੀ ਬਿਰਤਾਂਤ ਪ੍ਰਸੰਗ ਇਸੇ ਹੀ ਰਾਮਕਲੀ ਸਦ ਅੰਦਰ ਰਾਮਕਲੀ ਆਨੰਦ ਸਾਹਿਬ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸੁਭਾਇਮਾਨ ਸਰੂਪਾਂ ਵਿੱਚ ਦਰਜ ਹੈ। ਇੱਥੋਂ ਗਰੀਬ ਨਵਾਜ ਨੇ ਫਿਰ ਰਾਮਕਲੀ ਸਦ ਬਾਣੀ ਨੂੰ, ਇਸ ਬਾਣੀ ਦਾ ਪ੍ਰਤਾਪ ਜਣਾਉਂਦਿਆਂ ਸੰਗਤਾਂ ਨੂੰ ਜਾਣੂ ਕਰਵਾਇਆ। ਕਿਸੇ ਮ੍ਰਿਤਕ ਸਰੀਰ ਦੇ ਅੰਤਮ ਕਿਰਿਆ ਕਰਮ 'ਤੇ ਇਹ ਬਾਣੀ ਪੜ੍ਹੀ ਜਾਵੇ, ਉਹਨੂੰ ਜਮਾਂ ਦਾ ਰਾਹ ਨਹੀਂ ਵੇਖਣਾ ਪਵੇਗਾ। ਇੱਥੋਂ ਮਹਾਰਾਜ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਿਉਰੇ 'ਤੇ ਪਹੁੰਚੇ, ਅਰਦਾਸ ਬੇਨਤੀ ਕੀਤੀ। ਸਤਿਗੁਰੂ ਰਾਮਦਾਸ ਮਹਾਰਾਜ ਦੀ ਯਾਦ ਵਿੱਚ ਨੇਤਰਨਾਮ ਕਰ ਲਏ ਸਨ। ਗਰੀਬ ਨਵਾਜ ਮਹਾਰਾਜ ਨੇ ਫਿਰ ਇੱਥੇ ਪੰਚਮ ਕੜਾਹ ਪ੍ਰਸ਼ਾਦੀ ਦੇਗ ਵਰਤਾਉਂਦਿਆਂ ਹੋਇਆਂ ਬਾਬਾ ਮੋਹਰੀ ਜੀ ਦੇ ਘਰ ਵਾਪਸ ਪਰਤੇ। ਜਦੋਂ ਜਾਣ ਲੱਗੇ ਬਾਬਾ ਮੋਹਰੀ ਜੀਆਂ ਪੱਲੜਾ ਗਲ ਵਿੱਚ ਪਾ ਕੇ ਬੇਨਤੀ ਕੀਤੀ, ਮਹਾਰਾਜ ਅਸੀਂ ਕਹਿੰਦੇ ਹਾਂ ਕੁਝ ਦਿਨ ਮਹਾਰਾਜ ਆਪ ਜੀ ਹੋਰ ਠਹਿਰ ਜਾਓ, ਫੇਰ ਖੌਰੇ ਕਦੋਂ ਦਰਸ਼ਨ ਹੋਣੇ। ਬੁੱਢੇ ਸਰੀਰ ਹੈ ਮਹਾਰਾਜ, ਕਿਰਪਾ ਕਰੋ ਸਾਡੇ 'ਤੇ ਦਇਆ ਕਰੋ। ਅੰਮ੍ਰਿਤਸਰ ਵਾਲੇ ਸਿੱਖਾਂ ਨੂੰ ਤਾਂ ਤੁਸੀਂ ਸਦਾ ਹੀ ਸਮੇਂ ਤੋਂ ਤਾਰਦੇ ਆਏ ਹੋ, ਕੁਝ ਸਮਾਂ ਗੋਇੰਦਵਾਲ ਵੀ ਰਹੋ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਦੀ ਪਰਿਵਾਰ ਨਾਨਕੇ ਪਰਿਵਾਰ ਦੀ ਬੇਨਤੀ ਪ੍ਰਵਾਨ ਕਰਦੇ ਹੋਏ 3 ਖਾਲਸਾ ਜੀ ਦਿਨ ਮਹਾਰਾਜ ਹੋਰ ਰਹੇ ਸੀ ਇੱਥੇ। ਫਿਰ ਪੋਥੀਆਂ ਲੈ ਕੇ ਬਾਬਾ ਮੋਹਰੀ ਜੀਆਂ ਨੇ ਮਹਾਰਾਜ ਦਾ ਹੁਕਮ ਪਾ ਕੇ ਸੋਹਣੀ ਪਾਲਕੀ ਸੁਭਾਏਮਾਨ ਹਾਜ਼ਰ ਕੀਤੀ, ਜਿਸ ਵਿੱਚ ਰੱਖ ਕਰਕੇ ਉਹ ਪੋਥੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਗੋਇੰਦਵਾਲ ਸਾਹਿਬ ਤੋਂ ਚੱਲੇ ਅਤੇ ਸਾਨੂੰ ਸਮੱਤ ਬਖਸ਼ਣ ਵਾਸਤੇ ਵੀ ਗੁਰਬਾਣੀ ਦੀ ਕਦਰ ਕਿਵੇਂ ਕਰਨੀ ਹੈ, ਸਤਿਕਾਰ ਕਿਵੇਂ ਕਰਨਾ ਹੈ। ਜਿੱਥੇ ਗੁਰਬਾਣੀ ਵਿੱਚ ਇਹ ਬਚਨ ਕਹੇ ਕਿ ਪੋਥੀ ਪਰਮੇਸ਼ਰ ਕਾ ਥਾਨ, ਉੱਥੇ ਮਹਾਰਾਜ ਨੇ ਇਤਿਹਾਸ ਵਿੱਚ ਵੀ ਸਾਨੂੰ ਜਣਾਇਆ ਵਿਖਾਇਆ, ਪੂਰਨੇ ਪਾ ਕੇ ਆਪ ਜੋੜਾ ਲਾ ਦਿੱਤਾ ਸੀ ਮਹਾਰਾਜ ਨੇ ਗੋਇੰਦਵਾਲ ਸਾਹਿਬ ਹੀ। ਪੋਥੀਆਂ ਸਾਹਿਬ ਦੀ ਪਾਲਕੀ ਦੇ ਮਗਰਲੇ ਪਾਸੇ ਤੁਰੇ ਅਤੇ ਕੁਝ ਇਤਿਹਾਸਕਾਰਾਂ ਦਾ ਲਿਖਣਾ ਵੀ ਮਹਾਰਾਜ ਸੱਜੇ ਹੱਥ ਚੌਰ ਕਰਦੇ ਆਏ ਸੀ ਸਾਰੇ ਰਾਹ ਪੋਥੀਆਂ ਨੂੰ। ਗਰੀਬ ਨਵਾਜ ਮਹਾਰਾਜ ਨੇ ਬਾਬਾ ਮੋਹਰੀ ਜੀ ਦੇ ਕਹਿਣ 'ਤੇ ਵੀ ਮਹਾਰਾਜ ਤੁਸੀਂ ਤਾਂ ਆਪ ਵੀ ਪਾਲਕੀ 'ਤੇ ਚੜ੍ਹ ਜਾਓ ਸੁੱਖ ਦੇ ਨਾਲ, ਕਾਹਨੂੰ ਤੁਰ ਕੇ ਜਾਣਾ ਪੈਂਦਾ ਬਹੁਤ ਹੈ। ਆਖਿਆ ਹੈ ਸਤਿਕਾਰਯੋਗ ਮਾਮਾ ਮੋਹਰੀ ਜੀ ਤੁਹਾਡਾ ਹੁਕਮ ਸਿਰ ਮੱਥੇ, ਪਰ ਇਹ ਪੋਥੀਆਂ ਧੰਨ ਗੁਰੂ ਰਾਮਦਾਸ, ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ, ਗੁਰੂ ਅਮਰਦਾਸ ਮਹਾਰਾਜ ਦਾ ਸਰੂਪ ਹਨ, ਅਤੇ ਅਸੀਂ ਆਪਦੇ ਵੱਡੇ ਸਤਿਗੁਰਾਂ ਤੋਂ ਕਿਵੇਂ ਉੱਚੇ ਥਾਂ ਚੜ੍ਹ ਕੇ ਜਾ ਸਕਦੇ ਹਾਂ। ਪੋਥੀਆਂ ਨੂੰ ਸਤਿਗੁਰਾਂ ਦਾ ਸਰੂਪ ਜਣਾਇਆ ਖਾਲਸਾ ਜੀ। ਉਹ ਜਿਹੜੀ ਪੋਥੀ ਸਾਹਿਬ ਲਿਜਾਣ ਵਾਲੀ ਪਾਲਕੀ ਹੈ, ਉਹ ਹੁਣ ਵੀ ਉੱਥੇ ਚੁਬਾਰਾ ਸਾਹਿਬ ਦੇ ਸਥਾਨ 'ਤੇ ਸਾਂਭ ਕੇ ਰੱਖੀ ਹੋਈ ਹੈ, ਜੇ ਕੋਈ ਜਾਵੇ ਅਤੇ ਦਰਸ਼ਨ ਕਰੇ। ਜਿਸ ਪਾਲਕੀ ਸਾਹਿਬ ਵਿੱਚ ਮਹਾਰਾਜ ਜੀ ਪੋਥੀਆਂ ਲੈ ਕੇ ਗਏ ਸਨ ਅੰਮ੍ਰਿਤਸਰ ਸਾਹਿਬ, ਇੱਥੋਂ ਚੱਲਦੇ ਮਹਾਰਾਜ ਜੀ ਹੁਣ ਤਾਰਦੇ ਸੰਗਤਾਂ ਨੂੰ ਖਡੂਰ ਸਾਹਿਬ ਪਹੁੰਚੇ। ਇੱਥੋਂ ਤੀਕਰ ਪ੍ਰਸੰਗ ਆਪਾਂ ਸ਼ਰਵਣ ਕੱਲ੍ਹ ਕੀਤਾ ਹੈ। ਅੱਗੇ ਹਜ਼ੂਰ ਨੇ ਬੜੀ ਮਿਹਰਾਮਤ ਕੀਤੀ, ਜਿਹੜੀ ਬਾਬਾ ਦਾਤੂ ਜੀ ਗੁਰੂ ਅੰਗਦ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਸਨ, ਜਿਨ੍ਹਾਂ ਕੁਤਾਹੀ ਕੀਤੀ ਸੀ ਕਿਸੇ ਸਮੇਂ,
ਗੁਰਤਾ ਨਾ ਮਿਲਣ ਦੀ ਈਰਖਾ ਦੀ ਅੱਗ ਵਿੱਚ ਸੜਦੇ ਹੋਏ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਲੱਤ ਮਾਰ ਦਿੱਤੀ ਸੀ। ਤੁਸੀਂ ਜਿਹੜੇ ਗੁਰਮੁਖ ਲੜੀਵਾਰ ਇਤਿਹਾਸ ਸੁਣਦੇ, ਉਹਨਾਂ ਨੇ ਇਹ ਦੂਸਰੀ ਰਾਸ ਅੰਦਰ ਮੇਰਾ ਖਿਆਲ ਇਹ ਪ੍ਰਸੰਗ ਆਇਆ ਸੀਗਾ ਭਾਈ ਦਾਤੂ ਦੇ ਲੱਤ ਮਾਰਨ ਦਾ ਮਹਾਰਾਜ ਨੂੰ। ਤੇ ਗੁਰੂ ਅਮਰਦਾਸ ਮਹਾਰਾਜ ਜੀ ਫਿਰ ਬਾਸਰ ਕੇ ਆਪਦੇ ਪਿੰਡ, ਜਿੱਥੇ ਹੁਣ ਸੰਨ ਸਾਹਿਬ ਗੁਰਦੁਆਰਾ ਸਾਹਿਬ ਹੈ, ਇੱਥੇ ਜਾ ਬੈਠੇ ਸਨ। ਤੋ ਉਹ ਪ੍ਰਸੰਗ ਆ ਜਾਵੇਗਾ। ਚਿੱਤ ਬਿਰਤੀ ਇਕਾਗਰ ਕਰ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦਾ ਧਿਆਨ ਧਰੋ ਜੀ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੰਦ ਮੰਦ ਚਾਲ ਉਤਸਵ ਕਰਤੇ। ਤੋ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਗੋਇੰਦਵਾਲ ਸਾਹਿਬ ਤੋਂ ਪੋਥੀਆਂ ਲੈ ਟੁਰੇ। ਮਹਾਰਾਜ ਸਤਿਗੁਰੂ ਚੌਰ ਸਾਹਿਬ ਕਰਦੇ ਹੋਏ ਧੀਰੇ ਧੀਰੇ ਸੰਗਤਾਂ ਸਮੇਤ ਗ੍ਰਾਮ ਖਡੂਰ ਪਹੁੰਚੇ ਜਾਏ। ਤੇ ਬੜੇ ਚਾਅ ਉਤਸ਼ਾਹ ਦੇ ਨਾਲ ਖਡੂਰ ਸਾਹਿਬ, ਗੁਰੂ ਅੰਗਦ ਦੇਵ ਮਹਾਰਾਜ ਦੇ ਪਵਿੱਤਰ ਘਰ ਖਡੂਰ ਸਾਹਿਬ ਨਗਰ ਵਿੱਚ ਪਹੁੰਚੇ ਹਨ। ਸ਼੍ਰੀ ਅੰਗਦ ਜੀ ਜਹਾਂ ਦੇ ਹੋਰਾ। ਜਿੱਥੇ ਸਾਧ ਸੰਗਤ ਜੀ ਹੁਣ ਮੱਲ ਖਾੜਾ ਸਾਹਿਬ ਦਾ ਸਥਾਨ ਹੈ, ਉਹਦੇ ਸਾਹਮਣੇ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਸਥਾਨ ਹੈ, ਜਿਹੜਾ ਦੇਵਰਾ ਸਾਹਿਬ ਹੈ। ਉਸ ਸਥਾਨ ਦੇ ਦਰਸ਼ਨ ਕੀਤੇ ਹਜ਼ੂਰ ਨੇ। ਪ੍ਰੇਮ ਸਹਿਤ ਤਹਿ ਸੀਸ ਨਿਵਾਏ। ਤੇ ਬੜੇ ਪ੍ਰੇਮ ਦੇ ਸਹਿਤ ਸਤਿਗੁਰਾਂ ਨੇ ਸੀਸ ਨਿਵਾਉਣਾ ਕੀਤਾ ਹੈ। ਚਾਰ ਪ੍ਰਦక్షਣ ਦੇ ਪ੍ਰਸਾਦ। ਚਾਰ ਪ੍ਰਦਖਣਾ ਉਸ ਪਾਵਨ ਸਥਾਨ ਦੀਆਂ ਦਿੱਤੀਆਂ ਹਨ, ਕੀਤੀਆਂ ਹਨ। ਪ੍ਰਸਾਦ ਨਾਮ ਖੁਸ਼ੀ ਦੇ ਨਾਲ, ਖੁਸ਼ੀ ਨਾਲ ਬੜੀਆਂ ਚਾਰ ਪ੍ਰਕਰਮਾਂ ਵੀ ਕੀਤੀਆਂ ਨੇ। ਬਾਹ ਕਰ ਅਰਦਾਸ ਸਭਿਨ ਵਰਤਾਏ। ਤੇ ਦੂਸਰੇ ਅਰਥਾਂ ਵਿੱਚ ਪ੍ਰਸਾਦ ਪੰਚਮ ਕੜਾ ਪ੍ਰਸਾਦ ਬਹੁਤ ਭਾਰੀ ਮਾਤਰਾ ਵਿੱਚ ਮੰਗਵਾ ਕੇ ਹਜ਼ੂਰ ਨੇ ਤਿਆਰ ਕਰਵਾ ਕੇ ਅਰਦਾਸਾ ਸੋਧਿਆ ਤੇ ਸਭ ਸੰਗਤਾਂ ਨੂੰ ਵਰਤਾਇਆ ਹੈ। ਧਿਆਨ ਧਾਰ ਕਰ ਬਿਨੈ ਪਖ ਕਰ। ਤੇ ਬੇਨਤੀਆਂ ਕੀਤੀਆਂ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਧਿਆਨ ਧਰਿਆ ਹੈ। ਮਹਾ ਸੋ ਜਸ ਕੋ ਕਥਿਓ ਬਨਾਏ। ਸਾਰੀਆਂ ਸੰਗਤਾਂ ਵਿੱਚ ਮਹਾਰਾਜ ਨੇ ਕਥਾ ਰੂਪ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬੜੀ ਵਡਿਆਈ ਸੁਣਾਉਣਾ ਕੀਤੀ ਹੈ। ਪੁਨ ਕਰੀਰ ਕੋ ਦਰਸ਼ਨ ਕੀਨਸ। ਫਿਰ ਉਸ ਕਰੀਰ ਦੇ ਦਰਸ਼ਨ ਕੀਤੇ, ਜਿਸ ਕਰੀਰ ਨੂੰ ਗੁਰੂ ਅਮਰਦਾਸ ਮਹਾਰਾਜ ਦਾ ਉਹ ਜਲਾਏ ਦੇ ਘਰ ਵਿੱਚ ਠੇਡਾ ਲੱਗਿਆ ਸੀ ਨਾ, ਉਹ ਹਰਾ ਹੋ ਗਿਆ ਸੀ। ਉਹ ਕਰੀਰ ਦੇ ਦਰਸ਼ਨ ਫਿਰ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੀਤੇ ਆ, ਮੱਥਾ ਟੇਕਿਆ ਹੈ। ਬੰਦਤ ਚਤੁਰ ਪ੍ਰਦక్షਨਾ ਦੀਨ। ਤੇ ਕਰੀਰ ਦੇ ਬੂਟੇ ਦੀਆਂ ਵੀ ਮਹਾਰਾਜ ਸਤਿਗੁਰਾਂ ਨੇ ਚਾਰ ਪ੍ਰਕਰਮਾਂ ਪ੍ਰਦਖਣਾ ਕੀਤੀਆਂ, ਫਿਰ ਮੱਥੇ ਟੇਕੇ। ਕਈ ਕਹਿੰਦੇ ਆ ਜੀ ਅਖੇ ਨਿਸ਼ਾਨ ਸਾਹਿਬ ਨੂੰ ਮੱਥਾ ਨਾ ਟੇਕੋ ਜੀ। ਗੁਰੂ ਘਰ ਵਿੱਚ ਜਿਵੇਂ ਉੱਥੇ ਬੇਰ ਸਾਹਿਬ ਸਥਾਨ ਹੈ, ਸੁਲਤਾਨਪੁਰ ਸਾਹਿਬ, ਇਸ ਤੋਂ ਆਦਿਕਾ ਮੁਕਤਸਰ ਸਾਹਿਬ ਵੀ ਮਹਾਰਾਜ ਦੀ ਯਾਦ ਵਿੱਚ ਵਣ ਖੜਾ ਹੈ ਵੀ ਇਸ ਤਰ੍ਹਾਂ ਮੱਥਾ ਟੇਕਣਾ ਕਿ ਰੁੱਖਾਂ ਨੂੰ ਦੀ ਮਨ ਮਾਤਾ ਹੈ, ਸਿੱਖ ਰੁੱਖ ਪੂਜਕ ਨਹੀਂ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਗਰੀਬ ਨਵਾਜ ਨੇ ਚਰਨ ਪਾਏ ਖਾਲਸਾ ਜੀ, ਸੋਨੇ ਦੇ ਥਾਂ। ਜਿੱਥੇ ਬਾਬਾ ਪੈਰ ਧਰ ਪੂਜਾ ਆਸਣ ਥਾਪਣ ਸੋਆ। ਮਹਾਰਾਜ ਨੇ ਖਾਲਸਾ ਜੀ ਜਿਹੜੀ ਧਰਤੀ 'ਤੇ ਚਰਨ ਪਾਏ, ਉਹ ਮਹਿਲ ਉਸਰ ਗਏ ਤੇ ਪੂਜਣੇ ਯੋਗ ਥਾਂ ਬਣੇ। ਇਸ ਲਈ ਇੱਥੇ ਇਤਿਹਾਸ ਗਵਾਹੀ ਭਰਦਾ ਹੈ। ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੇ ਚਾਰ ਪ੍ਰਕਰਮਾਂ ਉਸ ਕਰੀਰ ਦੇ ਬੂਟੇ ਦੀਆਂ ਕੀਤੀਆਂ, ਜਿਹਨੂੰ ਗੁਰੂ ਅਮਰਦਾਸ ਮਹਾਰਾਜ ਦਾ ਠੇਡਾ ਲੱਗਾ ਸੀ। ਉਦੋਂ ਕਿੱਲਾ ਹੀ ਸੀ ਤੇ ਫਿਰ ਫੁੱਟ ਕੇ ਰੁੱਖ ਬਣ ਗਿਆ ਸੀ। ਦਰਸ਼ਨ ਕੀਤੇ, ਚਾਰ ਪ੍ਰਕਰਮਾਂ ਕੀਤੀਆਂ, ਮੱਥਾ ਟੇਕਿਆ ਹੈ। ਇਹ ਕਰੀਰ ਦਾ ਸਾਧ ਸੰਗਤ ਜੀ ਉਹ ਸੁੱਕ ਗਿਆ ਸੀ ਬਾਅਦ ਵਿੱਚ ਰੁੱਖ। ਹੁਣ ਮੱਲ ਖਾੜਾ ਸਾਹਿਬ ਇਹ ਸ਼ੀਸ਼ੇ ਵਿੱਚ ਮੜ੍ਹਿਆ, ਉਹ ਨਿਸ਼ਾਨੀ ਵਜੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਕਰਾਮਾਤ ਦੀ ਤੇ ਦਇਆ ਦੀ, ਉਹ ਨਿਸ਼ਾਨੀ ਵਜੋਂ ਉਹ ਅਜੇ ਵੀ ਸਾਂਭ ਕੇ ਰੱਖਿਆ ਹੋਇਆ। ਉਹਦੇ ਵੀ ਦਰਸ਼ਨ ਕਰਨੇ ਯੋਗ ਹਨ। ਤੋ ਗਰੀਬ ਨਵਾਜ ਨੇ ਇਸ ਤਰ੍ਹਾਂ ਪ੍ਰਕਰਮਾਂ ਕਰਨ ਪ੍ਰਯੰਤ
ਮੱਥਾ ਟੇਕਿਆ ਹੈ। ਸ਼੍ਰੀ ਅੰਗਦ ਕੋ ਨੰਦਨ ਦਾਤੂ ਸੋਨ। ਤੇ ਸੁਣਿਆ ਨਾ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਦੇ ਪੁੱਤਰ ਬਾਬਾ ਦਾਤੂ ਜੀ ਨੇ ਸੁਧ ਸ਼੍ਰੀ ਗੁਰ ਅਰਜਨ ਚੀਨ। ਕਿਸੇ ਸਿੱਖ ਨੇ ਦੱਸਿਆ ਜਾ ਕੇ ਵੀ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ, ਸਾਹਿਬ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦੇ ਦੋਹਤੇ ਗੁਰੂ ਰਾਮਦਾਸ ਮਹਾਰਾਜ ਦੇ ਸਾਹਿਬਜ਼ਾਦੇ, ਜੋ ਹੁਣ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਪਿਤਾ ਦੇ ਸਿੰਘਾਸਣ 'ਤੇ ਸੁਭਾਏਮਾਨ ਹਨ, ਉਹ ਤੁਹਾਡੇ ਪਿੰਡ ਇੱਥੇ ਨਗਰ ਤੁਹਾਡੇ ਘਰ ਖਡੂਰ ਸਾਹਿਬ ਵਿੱਚ ਆਏ ਹੋਏ ਆ। ਹੋਏ ਆਨੰਦ ਬਿਲੰਦ ਰਿਦੇ ਮਹਿ। ਬਾਬਾ ਦਾਤੂ ਜੀ ਦੇ ਹਿਰਦੇ ਵਿੱਚ ਬਹੁਤ ਭਾਰੀ ਆਨੰਦ ਪ੍ਰਾਪਤ ਹੋਇਆ ਹੈ। ਆਏ ਮਿਲਿਓ ਮਨ ਪ੍ਰੇਮ ਨਵੀਨ। ਮਨ ਵਿੱਚ ਨਵਾਂ ਪ੍ਰੇਮ ਉਤਸ਼ਾਹ ਲੈ ਕੇ ਬਾਬਾ ਦਾਤੂ ਜੀ ਬੜੀ ਖੁਸ਼ੀ ਨਾਲ ਸਤਿਗੁਰਾਂ ਨੂੰ ਆਣ ਮਿਲੇ ਆ। ਹਿਤ ਸਨਮਾਨ ਅਗਰ ਤੇ ਉਠ ਕਰ। ਤੇ ਗੁਰੂ ਅਰਜਨ ਦੇ ਪਾਤਸ਼ਾਹ ਮਰਿਆਦਾ ਪੁਰਸ਼ੋਤਮ ਬਾਬਾ ਦਾਤੂ ਜੀ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਦਾ ਸਾਹਿਬਜ਼ਾਦਾ ਜਾਣ ਕੇ, ਵੱਡੇ ਫਿਰ ਉਮਰ ਵਿੱਚ ਵੱਡੇ ਜਾਣ ਕੇ ਸਤਿਕਾਰ ਕੀਤਾ। ਬਾਬਾ ਦਾਤੂ ਜੀ ਦੇ ਆਉਂਦਿਆਂ ਸਾਰ ਹੀ ਅੱਗੋਂ ਖੜੇ ਹੋ ਗਏ ਐ। ਮਿਲੇ ਪਰਸ ਪਰ ਨਮਤਾ ਕੀਨ। ਬਾਬਾ ਦਾਤੂ ਜੀ ਨੇ ਤਾਂ ਮੱਥਾ ਟੇਕਣਾ ਹੀ ਸੀ ਗੁਰੂ ਅਰਜਨ ਦੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੇ ਸਿੰਘਾਸਣ ਤੇ ਹੈ, ਪਰ ਹਜ਼ੂਰ ਦੀ ਨਿਮਰਤਾ ਮਹਾਰਾਜ ਨੇ ਬਾਬਾ ਦਾਤੂ ਜੀ ਨੂੰ ਵੀ ਮੱਥਾ ਟੇਕਿਆ ਕਿ ਇਹ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਸਾਹਿਬਜ਼ਾਦੇ ਹੈ। ਜਬ ਦਾਤੂ ਨੇ ਧਰਿਓ ਚਰਨ ਸਿਰ। ਜਦੋਂ ਬਾਬਾ ਦਾਤੂ ਜੀ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਣ ਲੱਗੇ, ਸਿਰ ਰੱਖਣ ਲੱਗੇ ਆ, ਨਿਜ ਕਾਰ ਪਰ ਸ਼੍ਰੀ ਗੁਰ ਨੇ ਲੀਨ। ਤੇ ਮਹਾਰਾਜ ਨੇ ਆਪਦੇ ਚਰਨਾਂ ਤੇ ਹੱਥ ਰੱਖ ਲਏ। ਇਹ ਬਾਬਾ ਦਾਤੂ ਦਾ ਸੀਸ ਚਰਨਾਂ ਤੇ ਨਹੀਂ ਲੱਗਣ ਦਿੱਤਾ, ਹੱਥ ਨਾਲ ਅੱਗੋਂ ਹੀ ਰੋਕ ਦਿੱਤਾ ਹੈ। ਆਪ ਨਮਕਾਰ ਪਾਸ ਬਿਠਾਏ। ਤੇ ਸਗੋਂ ਆਪ ਨਮਸਕਾਰ ਕੀਤੀ ਬਾਬਾ ਦਾਤੂ ਜੀ ਨੂੰ, ਆਪਦੇ ਪਾਸ ਸਤਿਕਾਰ ਨਾਲ ਬਿਠਾ ਲਿਆ ਹੈ। ਕਹਿਓ ਬਾਕ ਕਿਉ ਅਨੁਚਿਤ ਕੀਨ। ਤੇ ਹਜ਼ੂਰ ਨੇ ਬਾਬਾ ਦਾਤੂ ਜੀ ਨੂੰ ਆਖਿਆ, ਮਹਾਰਾਜ ਜੀ ਆਪ ਗੁਰੂ ਅੰਗਦ ਪਾਤਸ਼ਾਹ ਦੇ ਸਾਹਿਬਜ਼ਾਦੇ ਕਿਉਂ ਇਹ ਅਨੁਚਿਤ ਭਾਵ ਅਯੋਗ ਕਿਰਿਆ ਸਾਡੇ ਚਰਨੀ ਹੱਥ ਲਾਉਣ ਦੀ ਕਰਦੇ ਹੋ। ਗੁਰ ਕੇ ਗੁਰ ਗੁਰ ਨੰਦਨ ਹੋ ਤੁਮ। ਤੁਸੀਂ ਸਾਡੇ ਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਗੁਰੂ, ਗੁਰੂ ਅਮਰਦਾਸ ਮਹਾਰਾਜ ਦੇ ਗੁਰੂ, ਧੰਨ ਗੁਰੂ ਅੰਗਦ ਪਾਤਸ਼ਾਹ ਦੇ ਸਾਹਿਬਜ਼ਾਦੇ ਹੋ। ਹਮ ਹੈ ਆਪ ਦਾਸ ਮਨ ਚੀਨ। ਤੇ ਮਨ ਕਰਕੇ ਜਾਣੋ ਬਾਬਾ ਦਾਤੂ ਜੀ, ਸਾਡੇ ਚਰਨੀ ਨਾ ਪਾਓ, ਕਿਉਂਕਿ ਅਸੀਂ ਤਾਂ ਆਪ ਤੁਹਾਡੇ ਘਰ ਦੇ ਸੇਵਕ ਸਿੱਖ ਦਾਸ ਹਾਂ। ਸੇਵਨ ਉਚਿਤ ਚਰਨ ਰਾਜ ਰਾਵਰ। ਇਸ ਕਰਕੇ ਸਾਡੇ ਵਾਸਤੇ ਇਹ ਚੰਗੀ ਗੱਲ ਹੈ ਵੀ ਅਸੀਂ ਤੁਹਾਡੇ ਚਰਨਾਂ ਦੀ ਧੂੜੀ ਸੇਵੀਏ, ਤੁਹਾਡੇ ਚਰਨੀ ਹੱਥ ਲਾਈਏ। ਚਰਨੀ ਹੱਥ ਲਾਉਣਾ ਸਾਡਾ ਬਣਦਾ ਹੈ। ਸਦਾ ਤੁਮਾਰੇ ਅਹੈ ਅਧੀਨ। ਅਸੀਂ ਤਾਂ ਬਾਬਾ ਜੀ ਸਦਾ ਤੁਹਾਡੇ ਅਧੀਨ ਹਾਂ, ਤੁਹਾਡੇ ਅਨੁਸਾਰ ਹੁਕਮ ਵਿੱਚ ਹਾਂ। ਸੋਨ ਦਾਤੂ ਕਾਰ ਜੋਰ ਕਹਿਤ ਭਾ। ਤੇ ਸੁਣ ਕੇ ਧੰਨ ਬਾਬਾ ਦਾਤੂ ਦੀਆਂ ਹੱਥ ਜੋੜੇ ਤੇ ਹਜ਼ੂਰ ਨੂੰ ਫਿਰ ਬੇਨਤੀ ਰੂਪ ਆਖਿਆ ਹੈ। ਆਪ ਸੁਨਹਾ ਮੇਰੋ ਬਿਰਤੰਤ। ਆਖਿਆ ਨਹੀਂ ਮਹਾਰਾਜ, ਮੇਰਾ ਹੀ ਤੁਹਾਡੇ ਪੈਰੀ ਪੈਣਾ ਚੰਗਾ ਹੈ। ਜੇ ਸੁਣਨਾ ਚਾਹੁੰਦੇ ਹੋ ਮੇਰਾ ਤੁਹਾਡੇ ਪੈਰੀ ਪੈਣਾ ਚੰਗਾ, ਤਾਂ ਸੁਣੋ ਮੇਰਾ ਸਾਰਾ ਬਿਰਤਾਂਤ ਜੀ। ਹਤ ਹੰਕਾਰ ਪਇਓ ਮੈਂ ਜੈਸੋ। ਜਿਵੇਂ ਮੈਂ ਹੰਕਾਰੀ ਹੋ ਗਿਆ ਸੀ ਤੇ ਜਿਵੇਂ ਮੇਰੇ ਹੰਕਾਰ ਦਾ ਨਾਸ਼ ਹੋਇਆ, ਉਹ ਸਾਰੀ ਗੱਲ ਮਹਾਰਾਜ ਸੁਣੋ ਆਪ। ਅਰ ਤੁਮਰੋ ਆਗਮ ਚੇਤਵੰਤ। ਇਹ ਵੀ ਸੁਣੋ ਮਹਾਰਾਜ, ਮੈਂ ਕਦੋਂ ਦਾ ਪਾਤਸ਼ਾਹ ਜੀ ਤੁਹਾਨੂੰ ਉਡੀਕਦਾ ਵੀ ਤੁਸੀਂ ਕਦੋਂ ਖਡੂਰ ਸਾਹਿਬ ਆਓਗੇ। ਸ਼੍ਰੀ ਗੁਰ ਅਮਰ ਲੀਨ ਜਬ ਗੁਰਤਾ। ਸੁਣੋ ਪਾਤਸ਼ਾਹ, ਜਦੋਂ ਸਾਡੇ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਤੋਂ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰਿਆਈ ਲੈ ਲਈ ਸੀ, ਭਈ ਈਰਖਾ ਮੁਝ ਅਤਿਅੰਤ। ਤੇ ਮੇਰੇ ਹਿਰਦੇ ਵਿੱਚ ਮਹਾਰਾਜ ਬਹੁਤ ਈਰਖਾ ਹੋ ਗਈ ਸੀ ਵੀ ਸਾਡਾ ਤਖਤ ਅਸੀਂ ਮਹਾਰਾਜ ਦੇ ਪੁੱਤਰ ਹਾਂ, ਮਹਾਰਾਜ ਸਾਡੇ ਪਿਤਾ ਨੇ ਕਿਉਂ ਦਿੱਤਾ ਗੁਰੂ ਅਮਰਦਾਸ ਨੂੰ। ਤੇ ਗੁਰੂ ਅਮਰਦਾਸ ਮਹਾਰਾਜ ਨਾਲ ਮੈਂ ਬਹੁਤ ਈਰਖਾ ਵਿਰੋਧ ਕਰਨ ਲੱਗਿਆ। ਤੈਨ ਕੀ ਮੈਂ ਹਮਾ ਪਾਵਕ ਸਮਸਰ। ਤੇ ਮੈਂ, ਹੇ ਸੱਚੇ ਪਾਤਸ਼ਾਹ ਜੀ,
ਮਹਿਮਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵੇਖ ਵੇਖ ਕੇ ਮੈਂ ਸੜਨ ਲੱਗਿਆ ਸੀ, ਮੇਰਾ ਕਲੇਜਾ ਸੜਦਾ ਸੀ। ਸ਼ੁਸ਼ਕ ਤ੍ਰਿਣਨ ਜਿਉ ਰਿਦਾ ਜਰੰਤ। ਜਿਵੇਂ ਸੁੱਕੇ ਕੱਖ ਸੜਦੇ ਆ ਨਾ, ਗੁਰੂ ਅਮਰਦਾਸ ਪਾਤਸ਼ਾਹ ਦੀ ਮਹਿਮਾ ਸੁਣ ਕੇ ਸਾਡਾ ਕਲੇਜਾ ਇਸ ਤਰ੍ਹਾਂ ਨਿਤਾ ਪ੍ਰਤੀ ਸੜਿਆ ਕਰਦਾ। ਦੇਸ਼ ਵਿਦੇਸ਼ਨ ਕੀ ਵੱਡ ਸੰਗਤ। ਕਿਉਂਕਿ ਗੁਰੂ ਅਮਰਦਾਸ ਗੁਰਤਾ ਲੈਣ ਤੋਂ ਬਾਅਦ ਖਡੂਰ ਸਾਹਿਬ ਹੀ ਸਾਡੇ ਘਰ ਹੀ ਰਹਿੰਦੇ ਸਨ, ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਆਉਂਦੀਆਂ ਰਹਿੰਦੀਆਂ। ਨਰ ਨਾਰੀ ਆਵਹਿ ਸਮੁਦਾਏ। ਸਿੱਖ ਮਾਈ ਭਾਈ ਬੁੱਢੇ ਬੱਚੇ ਸੰਗਤਾਂ ਬੜੀ ਗਿਣਤੀ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨਾਂ ਨੂੰ ਆਉਂਦੀਆਂ ਸਨ। ਅਨੇਕ ਉਪਾਇਨ ਪਾਇਨ ਅਰਪਹਿ। ਤੇ ਬੜੇ ਤਰ੍ਹਾਂ ਦੀਆਂ ਭੇਟਾਵਾਂ, ਬੇਸ਼ਕੀਮਤੀ ਦੁਸ਼ਾਲੇ ਗਰੀਬ ਨਵਾਜ ਮਹਾਰਾਜ ਦੇ ਚਰਨੀ ਭੇਟ ਕਰਦੀਆਂ ਸੰਗਤਾਂ। ਮਨ ਬਾਛਤ ਸਭ ਹੀ ਫਲ ਪਾਏ। ਤੇ ਅਰਦਾਸਾਂ ਮਹਾਰਾਜ ਦੇ ਅੱਗੇ ਸਿੱਖ ਕਰਦੇ ਕਰਵਾਉਂਦੇ, ਮਨ ਇੱਛਤ ਸਾਰੇ ਫਲਾਂ ਦੀ ਪ੍ਰਾਪਤੀ ਵੀ ਹੁੰਦੀ ਰਹੀ। ਮੋਹ ਕਾਹਾ ਦੁਖਤ ਦੇਖ ਕਰ ਗਮਨੇ। ਤੇ ਮੈਨੂੰ ਦੁੱਖ ਹੁੰਦਾ ਸੀ ਮਹਾਰਾਜ ਸਾਨੂੰ, ਅਸੀਂ ਬੜੇ ਦੁਖੀ ਹੁੰਦੇ ਗੁਰੂ ਅਮਰਦਾਸ ਦੀ ਮਹਿਮਾ ਵੀ ਸਾਡੇ ਘਰ ਵਿੱਚ ਰਹਿ ਕੇ ਆਪਦੀ ਪੂਜਾ ਕਰਾ ਰਹੇ ਹੈ। ਅਸੀਂ ਬੜੀ ਈਰਖਾ ਕੀਤੀ, ਝਗੜਾ ਕੀਤਾ, ਤੇ ਸਾਨੂੰ ਦੁਖੀ ਵੇਖ ਕੇ ਨਾ ਆਪਦੇ ਤੋਂ ਤੇ ਗੁਰੂ ਅਮਰਦਾਸ ਮਹਾਰਾਜ ਸਭ ਕੁਝ ਛੱਡ ਛਡਾ ਕੇ ਗੋਇੰਦਵਾਲ ਸਾਹਿਬ ਤੋਂ ਚੋਰੀ ਛੁਪੇ ਸਭ ਕੁਝ ਛੱਡ ਛਡਾ ਕੇ ਇਕੱਲੇ ਇੱਥੋਂ ਚਲੇ ਗਏ ਸਨ। ਗੋਇੰਦਵਾਲ ਬਸੇ ਪੁਨ ਜਾਏ। ਤੇ ਜਾ ਕੇ ਗੋਇੰਦਵਾਲ ਸਾਹਿਬ ਵਸ ਗਏ ਸਨ। ਤਹਿ ਭੀ ਅਧਿਕ ਪੀਰ ਹੋਏ ਨਿਤ ਪ੍ਰਾਤ। ਤੇ ਅਸੀਂ ਸੋਚਿਆ ਵੀ ਹੁਣ ਖਡੂਰ ਸਾਹਿਬ ਸਾਡੇ ਕੋਲ ਆ ਗਿਆ ਹੈ, ਗੁਰੂ ਅੰਗਦ ਪਾਤਸ਼ਾਹ ਦਾ ਘਰ, ਤੇ ਸੰਗਤਾਂ ਸਾਨੂੰ ਪੂਜਿਆ ਕਰਨਗੀਆਂ ਆ ਕੇ। ਪਰ ਮਹਾਰਾਜ ਜੀ ਗੁਰੂ ਅਮਰਦਾਸ ਪਾਤਸ਼ਾਹ ਰੌਣਕਾਂ ਨਾਲ ਹੀ ਲੈ ਗਏ। ਇਹ ਗੋਇੰਦਵਾਲ ਸਾਹਿਬ ਜਾ ਵਸੇ, ਸੰਗਤਾਂ ਖਡੂਰ ਸਾਹਿਬ ਨੂੰ ਛੱਡ ਕੇ ਤੇ ਗੋਇੰਦਵਾਲ ਸਾਹਿਬ ਨੂੰ ਹੋ ਤੁਰੀਆਂ ਸਨ। ਮਹਿਮਾ ਪੂਰਨ ਭੀ ਚਾਹ ਕਾਏ। ਸੰਸਾਰ ਵਿੱਚ ਚਾਰ ਚਫੇਰੇ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਹੋ ਰਹੀ ਹੈ ਸੀ। ਇੱਕ ਖੱਤਰੀ ਮਮ ਮਿੱਤਰ ਹੋ ਤੋ। ਤੇ ਖਡੂਰ ਸਾਹਿਬ ਵਿਹਲਾ ਹੋ ਗਿਆ, ਤੇ ਮਹਾਰਾਜ ਮੇਰਾ ਇੱਕ ਮਿੱਤਰ ਸੀ, ਸਾਡੇ ਖੱਤਰੀਆਂ ਦੇ ਵਿੱਚੋਂ ਹੀ ਉਹ ਮੇਰਾ ਬੜਾ ਪ੍ਰੇਮੀ ਪਿਆਰਾ ਮਿੱਤਰ ਸੀ। ਇੱਕ ਦਿਨ ਆਏ ਕਹਿਓ ਏਮ ਬੈਨ। ਤੇ ਉਹ ਇੱਕ ਦਿਨ ਮੇਰੇ ਪਾਸ ਆ ਕੇ ਮੈਨੂੰ ਇਸ ਤਰ੍ਹਾਂ ਕਹਿਣ ਲੱਗਿਆ, ਤੁਮ ਤੋ ਪੁੱਤਰ ਕਹਾਵਤ ਗੁਰ ਕੇ। ਕਹਿੰਦਾ ਬਾਬਾ ਦਾਤੂ ਜੀ, ਤੁਸੀਂ ਉਸ ਤਰ੍ਹਾਂ ਤਾਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਪੁੱਤਰ ਕਹਾਉਂਦੇ ਹੋ, ਕੁਛ ਰਚਨਾ ਤੁਮਰੇ ਟਿਗ ਹੈ ਨਾ। ਪਰ ਰਚਨਾ ਤਾਂ ਤੁਹਾਡੇ ਪਾਸ ਕੋਈ ਹੈ ਨਹੀਂ, ਭਾਵ ਵੀ ਕੋਈ ਸੰਗਤ ਤਾਂ ਭੁੱਲੀ ਭੁਲੇਖੇ ਤੁਹਾਡੇ ਕੋਲ ਆਉਂਦੀ ਨਹੀਂ। ਉਸ ਤਰ੍ਹਾਂ ਗੁਰੂ ਅੰਗਦ ਮਹਾਰਾਜ ਦੇ ਪੁੱਤਰ ਹੋ, ਤੇ ਤੁਹਾਨੂੰ ਕੋਈ ਪੂਜਦਾ ਨਹੀਂ, ਤੁਹਾਡੇ ਕੋਈ ਚਰਨੀ ਨਹੀਂ ਪੈਂਦਾ ਹੈ। ਸੰਗਤ ਆਏ ਨਾ ਅਰਪਹਿ ਧਨ ਕੋ। ਨਾ ਸੰਗਤ ਆਉਂਦੀ ਹੈ ਤੁਹਾਡੇ ਦਰਸ਼ਨਾਂ ਵਾਸਤੇ, ਨਾ ਤੁਹਾਨੂੰ ਕੋਈ ਧਨ ਦਿੰਦਾ, ਪੂਜਾ ਤੁਹਾਡੀ ਕਰਦਾ ਹੈ। ਨਮੋ ਨਾ ਕਰਤ ਆਏ ਕੋ ਐਨ। ਨਾ ਕੋਈ ਤੁਹਾਡੇ ਘਰ ਵਿੱਚ ਇੱਥੇ ਖਡੂਰ ਸਾਹਿਬ ਆਉਂਦਾ ਹੈ, ਨਾ ਤੁਹਾਡੇ ਤਾਈਂ ਕੋਈ ਬੰਦਨਾ ਕਰਦਾ, ਕੋਈ ਨਮਸਕਾਰ ਵੀ ਨਹੀਂ ਕਰਦਾ। ਰਹੇ ਰੰਕ ਸਾਮ ਬੈਠੋ ਦਾਰੇ ਦੀ। ਤੇ ਬੜੀ ਦਲਿਦਰੀ ਸਹਿ ਤੁਸੀਂ ਇੱਥੇ ਕੰਗਾਲਾਂ ਵਾਂਗੂ ਸਾਰਾ ਦਿਨ ਬੈਠੇ ਹੋਏ ਹੋ। ਬਿਨ ਉਦਮ ਆਲਸ ਦਿਨ ਰੈਨ। ਵੀ ਉਦਮ ਵੀ ਤੁਹਾਡੇ ਵਿੱਚ ਉਤਸ਼ਾਹ ਰੌਣਕ ਮੂੰਹ ਤੇ ਕੋਈ ਨਹੀਂ, ਤੁਹਾਡੇ ਬਿਨਾਂ ਉਦਮ ਤੋਂ ਹੋ, ਤੇ ਦਿਨ ਰਾਤ ਹੀ ਤੁਹਾਡੇ ਘਰ ਵਿੱਚ ਬੜਾ ਆਲਸ ਪਿਆ ਹੋਇਆ, ਬੜੀ ਗਰੀਬੀ ਆਈ ਹੋਈ ਹੈ। ਕਿਸੀ ਥਾਨ ਕੋ ਖੱਤਰੀ ਕੋ। ਤੇ ਉਧਰ ਵੇਖੋ ਗੋਇੰਦਵਾਲ ਸਾਹਿਬ ਤੁਹਾਡੇ ਘਰ ਵਿੱਚ ਕਿਸੇ ਪਤਾ ਨਹੀਂ ਕਿੱਥੋਂ ਦਾ ਤੁਰਿਆ ਫਿਰਦਾ, ਜਿਹੜਾ ਭਾਵ ਜਿਹਨੂੰ ਕੋਈ ਪੁੱਛਦਾ ਨਹੀਂ ਸੀ, ਇੱਕ ਖੱਤਰੀ ਪਤਾ ਨਹੀਂ ਕਿੱਥੋਂ ਦਾ। ਗੁਰੂ ਬਨਿਓ ਨਿਜ ਪਦ ਪੂਜਵਾਏ। ਤੁਹਾਡੇ ਘਰੋਂ ਗੁਰਤਾ ਦਾ ਤਖਤ ਲੈ ਗਿਆ, ਤੇ ਗੋਇੰਦਵਾਲ ਸਾਹਿਬ ਬਹਿ ਕੇ ਹੁਣ ਆਪਦੀ ਪੂਜਾ ਕਰਵਾਉਂਦੇ ਹਨ। ਫੁਤੋ ਟਹਿਲੀਆ ਤੁਮਰੇ ਘਰ ਕੋ। ਬਾਬਾ ਦਾਤੂ ਜੀ ਜੇ ਵੇਖੀਏ ਤੇ ਉਹ ਹੈ ਤਾਂ ਤੁਹਾਡੇ ਘਰ ਦਾ ਸੇਵਕ ਹੀ ਸੀ ਨਾ। ਤੁਹਾਡੇ ਘਰ ਦੇ ਵਿੱਚ ਪਾਣੀ ਢੋਣ ਵਾਲਾ, ਪਾਣੀ ਭਰਨ ਵਾਲਾ ਇੱਕ ਬਜ਼ੁਰਗ ਹੈ ਸੀ। ਆਬ ਸਮਾਜ ਆਧੇ ਕੈ ਬਿਰਧਾਏ। ਤੇ ਹੁਣ ਗੋਇੰਦਵਾਲ ਜਾ ਕੇ ਵੇਖੋ
ਸੁਣੀਦਾ ਬੜਾ ਸਾਜੋ ਸਮਾਨ ਵਧਿਆ, ਕਿਤੇ ਲੰਗਰ ਚੱਲਦੇ ਆ ਮਾਰ ਗੱਡੇ ਭਰ ਭਰ ਕੇ, ਕਿੰਨੇ ਕਿੰਨੇ 3-3 400 ਗੱਡਾ ਕਿੰਨੇ ਕਿੰਨੇ ਦਿਨ ਉਹਨਾਂ ਦੇ ਦਰਵਾਜ਼ੇ ਤੇ ਉਡੀਕਦਾ ਵੀ ਸਾਡੀ ਵਾਰੀ ਆਵੇ। ਦਰਸ਼ਨਾਂ ਵਾਸਤੇ ਸੰਗਤਾਂ ਕਤਾਰਾਂ ਬਨ ਬਨ ਕੇ ਉਡੀਕਾਂ ਕਰਦੀਆਂ। ਬੜੀ ਜੈ ਜੈਕਾਰ ਅੱਜ ਹੋ ਰਹੀ ਹੈ। ਭਏ ਮ੍ਰਿਤਕ ਜੀਵਤ ਹੀ ਜਗ ਤੁਮ। ਤੁਸੀਂ ਤਾਂ ਬਾਬਾ ਦਾਤੂ ਜੀ ਜਿਉਂਦੇ ਹੀ ਮਰ ਗਏ ਹੋ ਸੰਸਾਰ ਉੱਪਰ। ਜਿਨ ਕੋ ਨਾਮ ਨਹੀਂ ਬਿਦਤਾਏ। ਗੁਰੂ ਅੰਗਦ ਦੇਵ ਮਹਾਰਾਜ ਦੇ ਪੁੱਤਰ ਹੋ ਕੇ ਵੀ ਤੁਹਾਡਾ ਕੋਈ ਨਾਂ ਨਹੀਂ ਲੈਂਦਾ, ਤੇ ਉਹ ਤੁਹਾਡੇ ਘਰ ਦਾ ਪਾਣੀ ਢੋਣ ਵਾਲਾ ਹੋ ਕੇ ਗੁਰੂ ਅਮਰਦਾਸ ਕਿੰਨੀ ਸੋਭਾ ਲਈ ਜਾਂਦੇ ਹੈ। ਇਹ ਚੁੱਕ ਦਿੰਦਾ ਸਾਧ ਸੰਗਤ ਜੀ ਜਿਹੜਾ ਕੋਈ ਹੋਊਗਾ ਐਸਾ ਹੀ। ਤੋ ਉਹ ਇਹ ਬਾਬਾ ਦਾਤੂ ਜੀ ਦੱਸਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਜਦੋਂ ਕਿਸੇ ਮਾੜੇ ਦੀ ਸੰਗਤ ਕਰ ਲਈਏ ਫਿਰ ਉਦੋਂ ਪਾਪ ਹੋ ਹੀ ਜਾਂਦਾ। ਹੇ ਗੁਰੂ ਅਰਜਨ ਦੇਵ ਮਹਾਰਾਜ, ਉਹਨੇ ਐਸੀਆਂ ਫਿਰ ਬਾਤਾਂ ਹੋਰ ਮੈਨੂੰ ਆਖੀਆਂ ਵੀ ਤੁਸੀਂ ਤਾਂ ਜਿਉਂਦੇ ਹੀ ਮਰ ਗਏ, ਤੁਸੀਂ ਪੁੱਤ ਹੋ ਕੇ ਕੁਝ ਨਹੀਂ ਖੱਟਿਆ, ਤੁਹਾਡੇ ਘਰ ਦਾ ਪਾਣੀ ਭਰਨ ਵਾਲਾ ਹੋ ਕੇ ਕੋਈ ਸਭ ਕੁਝ ਲੈ ਗਿਆ ਹੈ। ਆਹੋ ਨਿਲਾਇਕ ਲੇਤ ਨਾ ਤਿਸ ਤੇ ਹੁਣ ਵੀ ਤੁਸੀਂ ਨਕੰਮੇ ਹੋ ਬਾਬਾ ਦਾਤੂ ਜੀ, ਜੇ ਲੈ ਹੀ ਲਈ ਉਹਨਾਂ ਨੇ ਗੁਰਤਾ ਤੁਹਾਡੇ ਪਿਤਾ ਤੋਂ, ਤੇ ਤੁਸੀਂ ਖੋਹ ਕਿਉਂ ਨਹੀਂ ਲੈਂਦੇ ਉਹਨਾਂ ਤੋਂ। ਜੋ ਆਪ ਬੈਠੇ ਹੋ ਬਹੁ ਧਨ ਪਾਏ। ਖੋਹ ਲਾਓ ਗੁਰੂ ਅਮਰਦਾਸ ਤੋਂ ਗੁਰਤਾ ਗੋਇੰਦਵਾਲ ਜਾ ਕੇ, ਜਿਹੜੇ ਤੁਹਾਡੇ ਘਰ ਦਾ ਧਨ ਲੈ ਕੇ ਤੇ ਬੜੀ ਪੂਜਾ ਕਰਵਾ ਰਹੇ ਹੈ, ਬੜਾ ਸਾਜੋ ਸਮਾਨ ਤੇ ਬੜਾ ਧਨ ਪ੍ਰਾਪਤ ਕਰ ਰਹੇ ਹਨ। ਸਰਪ ਸਮਾਨ ਹੋ ਤੋ ਮਨ ਪੂਰਬ। ਤੋ ਕਹਿੰਦਾ ਬਾਬਾ ਦਾਤੂ ਜੀ ਮਹਾਰਾਜ, ਮੇਰਾ ਸੱਪ ਮਰਾ ਜਿਹੜਾ ਮਨ ਹੈ ਨਾ, ਤਾਂ ਪਹਿਲਾਂ ਹੀ ਸੱਪ ਵਰਗਾ, ਜਿਵੇਂ ਸੁੱਤਾ ਸੱਪ ਹੁੰਦਾ ਹੈ, ਮਨ ਤਾਂ ਮੇਰਾ ਪਹਿਲਾਂ ਹੀ ਟੇਢ ਤਾਈ ਵਾਲਾ ਸੁੱਤੇ ਸੱਪ ਵਰਗਾ ਹੈ ਸੀ। ਤਿਸ ਕੇ ਬਾਕਨ ਛੇਰਨ ਕੀਨ। ਤੇ ਜਿਹੜੇ ਮੇਰੇ ਮਿੱਤਰ ਨੇ ਮੈਨੂੰ ਐਸੀਆਂ ਗੱਲਾਂ ਕਹੀਆਂ ਲਾ ਲਾ ਕੇ, ਉਹ ਐਂ ਸੀ ਵੀ ਜਿਵੇਂ ਕੋਈ ਸੁੱਤੇ ਸੱਪ ਨੂੰ ਜਗਾ ਦਿੰਦਾ ਹੈ। ਮੇਰਾ ਮਨ ਸੱਪ ਵਰਗਾ ਸੀ ਤੇ ਜਗਾ ਦਿੱਤਾ ਮੇਰੇ ਮਿੱਤਰ ਨੇ ਮਿਹਣੇ ਮਾਰ ਕੇ। ਗੁਰੂ ਅਮਰ ਕੋ ਦਸਨ ਹੇਤ ਮੈਂ। ਤੇ ਫਿਰ ਮੇਰੇ ਮਨ ਨੇ ਵਿਚਾਰ ਕੀਤੀ, ਗੁਰੂ ਅਮਰਦਾਸ ਮਹਾਰਾਜ ਨੂੰ ਇਹ ਮਨ ਰੂਪੀ ਸੱਪ ਨੇ ਡੰਗਣ ਵਾਸਤੇ। ਕਸ਼ਟ ਦਿਨ ਕੋ ਉਦਮ ਲੀਨ। ਫਿਰ ਮੇਰੇ ਮਨ ਨੇ ਬੜਾ ਉਦਮ ਕੀਤਾ ਵੀ ਹੁਣ ਗੁਰੂ ਅਮਰਦਾਸ ਮਹਾਰਾਜ ਨੂੰ ਬੜਾ ਦੁੱਖ ਦਿੱਤਾ ਜਾਵੇ, ਉਹਨਾਂ ਤੋਂ ਗੁਰਤਾ ਲਈ ਜਾਵੇ। ਬਾਕ ਬਾਨ ਸੇ ਗੱਡੇਰੇ ਦੇ ਮਾਮਾ। ਕਿਉਂਕਿ ਮੇਰੇ ਖੋਟੇ ਮਿੱਤਰ ਦੇ ਜਿਹੜੇ ਭੈੜੇ ਬਚਨ ਸਨ, ਉਹ ਮੇਰੀ ਛਾਤੀ ਵਿੱਚ ਮਹਾਰਾਜ ਜੀ ਜਿਵੇਂ ਤੀਰ ਵੱਜਦਾ ਇਸ ਤਰ੍ਹਾਂ ਗੱਡੇ ਹੋਏ ਸੀ। ਦੁੱਖ ਕੋ ਧਾਰਤ ਧੀਰਜ ਛੀਨ। ਧੀਰਜ ਮੇਰਾ ਨਾਸ਼ ਹੋ ਗਿਆ, ਮੈਨੂੰ ਬਹੁਤ ਦੁੱਖ ਹੋ ਰਿਹਾ ਸੀ ਉਹਦੀਆਂ ਗੱਲਾਂ ਸੁਣ ਸੁਣ ਕੇ। ਤ੍ਰਿਣ ਮਨ ਜਰਤ ਕ੍ਰੋਧ ਵੱਡ ਅਗਨੀ। ਕ੍ਰੋਧ ਰੂਪੀ ਅੱਗ ਵਿੱਚ ਮੇਰੇ ਮਨ ਰੂਪੀ ਕੱਖ ਸੜਦੇ ਸਨ। ਮਨਹ ਕ੍ਰਿਤ ਤਿਨ ਉਪਰ ਦੀਨ। ਵੀ ਦੁਖੀ ਤਾਂ ਮੈਂ ਪਹਿਲਾਂ ਹੀ ਸੀ ਗੁਰੂ ਅਮਰਦਾਸ ਮਹਾਰਾਜ ਦੀ ਗੱਦੀ ਗੁਰਤਾ ਲੈਣ ਤੋਂ, ਵੀ ਸਾਨੂੰ ਨਹੀਂ ਦਿੱਤੀ ਸਾਡੇ ਪਿਤਾ ਨੇ। ਇਹ ਕੱਖਾਂ ਨੂੰ ਅੱਗ ਲੱਗੀ ਤਾਂ ਪਹਿਲਾਂ ਹੀ ਸੀ, ਪਰ ਰਹਿੰਦੀ ਕਸਰ ਮੇਰਾ ਮਿੱਤਰ ਜਿਹਨੇ ਬਲਦੀ ਉੱਪਰ ਤੇਲ ਪਾ ਦਿੱਤਾ, ਘਿਓ ਪਾ ਦਿੱਤਾ ਸੀ ਗੱਲਾਂ ਕਰ ਕਰਕੇ। ਹੋਤ ਸੁਸ਼ੀਲ ਸੰਗ ਲਹਿ ਖੋਟੇ। ਸਤਿਗੁਰੂ ਜੀ, ਜੇ ਕੋਈ ਜਿੱਡਾ ਮਰਜ਼ੀ ਸਿਆਣਾ ਹੋਵੇ ਨਾ ਆਪਦੇ ਆਪ ਬਣਦਾ, ਪਰ ਜਦੋਂ ਕਿਸੇ ਭੈੜੇ ਦੀ ਮਾੜੇ ਦੀ ਸੰਗਤ ਕਰ ਲੈਂਦਾ ਹੈ, ਬਿਗੜ ਜਾਤ ਸੋਭ ਮਤ ਬਿਸਰਾਏ। ਉਹ ਵੀ ਵਿਗੜ ਜਾਂਦਾ, ਉਹਦੇ ਵਰਗਾ ਹੀ ਬਣ ਜਾਂਦਾ। ਸ਼੍ਰੇਸ਼ਟ ਮਤ ਉਹਦੀ ਰਹਿੰਦੀ ਨਹੀਂ, ਉਹ ਵੀ ਜਿਵੇਂ ਜਿਹੋ ਜਿਹੀ ਸੰਗਤ ਕੋਈ ਕਰਦਾ ਮਹਾਰਾਜ ਜੀ, ਉਹ ਸੰਗਤ ਦਾ ਰੰਗ ਪੈ ਜਾਂਦਾ। ਤੇ ਜਿੱਡਾ ਮਰਜ਼ੀ ਕੋਈ ਸਿਆਣਾ ਹੋਵੇ ਉਹ ਦੂਜੇ ਵਰਗਾ ਬਣ ਜਾਂਦਾ, ਉਹ ਬਣਾ ਹੀ ਲੈਂਦਾ ਆਪਦੇ ਵਰਗਾ। ਸ਼੍ਰੇਸ਼ਟ ਮਤ ਨਹੀਂ ਰਹਿੰਦੀ, ਸਭ ਭੁੱਲ ਜਾਂਦਾ ਹੈ। ਰੇਸ ਤੇ ਗੋਇੰਦਵਾਲ ਪਹੁੰਚਿਓ। ਤੇ ਆਪਦੇ ਮਿੱਤਰ ਦੀਆਂ ਗੱਲਾਂ ਮੰਨ ਕੇ ਤਖਤ ਖੋਹਣ ਵਾਸਤੇ ਮੈਂ ਫਿਰ ਬੜੇ ਗੁੱਸੇ ਦੇ ਨਾਲ ਖਡੂਰ ਸਾਹਿਬ ਤੋਂ ਚੱਲ ਕੇ ਗੋਇੰਦਵਾਲ ਪਹੁੰਚਿਆ। ਸਭਾ ਵੇਖੈ ਦੇਖੇ ਤਬ ਜਾਏ। ਤੇ ਮੈਂ ਮਹਾਰਾਜ ਜਾ ਕੇ ਵੇਖੇ ਗੁਰੂ ਅਮਰਦਾਸ ਮਹਾਰਾਜ ਜੀ ਸੰਗਤਾਂ ਦੇ ਵਿੱਚ ਸਿੰਘਾਸਣ ਤੇ ਬੈਠੇ ਹੋਏ। ਮਨੋ ਗਿਆਨ ਕੋ ਭਾਨ ਪ੍ਰਕਾਸ਼ੈ। ਤੇ ਮਹਾਰਾਜ ਦੀ ਏਡੀ ਸ਼ੋਭਾ ਸੀ ਜਿਵੇਂ ਗਿਆਨ ਦਾ ਸੂਰਜ ਪ੍ਰਕਾਸ਼ਮਾਨ ਹੋ ਰਿਹਾ ਹੋਵੇ। ਚਾਹੋਂ ਦੇਸ਼ ਸਦ ਗੁਣ ਜਨ ਸਮੁਦਾਏ। ਜਿਹੜੇ ਸਿੱਖ ਚਾਰ ਚਫੇਰੇ ਮਹਾਰਾਜ ਤੋਂ ਸਿੱਖਿਆ ਉਪਦੇਸ਼ ਸੁਣ ਰਹੇ ਸੀ, ਬਾਣੀ ਸੁਣ ਰਹੇ ਸੀ,
ਉਹ ਮਹਾਰਾਜ ਜੀ ਇਸ ਤਰ੍ਹਾਂ ਜਾਣ ਲਓ ਵੀ ਜਿਵੇਂ ਸ਼ੁਭ ਗੁਣ ਦੇਵੀ ਸੰਪਦਾ ਬੈਠੀ ਹੋਵੇ, ਚੁਫੇਰੇ ਸੱਤ ਬੈਠਾ, ਸੰਤੋਖ ਧਰਮ ਵਿਚਾਰ ਦਇਆ, ਇਹੋ ਜਿਹੇ ਸ਼੍ਰੇਸ਼ਟ ਗੁਣ ਸਿੱਖਾਂ ਦਾ ਰੂਪ ਧਾਰ ਕੇ ਬੈਠੇ ਹੋਣ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਗਿਆਨ ਦਾ ਸੂਰਜ, ਗੁਰੂ ਅਮਰਦਾਸ ਜੀ ਗਿਆਨ ਦਾ ਸੂਰਜ ਹੋ ਰਹੇ ਸਨ। ਅਵਗੁਣ ਉਡਗਨ ਨਿਸਾ ਅਵਿਦਿਆ। ਤੇ ਜਿਹੜੇ ਗੁਣ ਔਗਣ ਸਾਰੇ ਆ ਉਹ ਰਾਤ ਵਰਗੇ, ਅਵਿਦਿਆ ਰੂਪੀ ਰਾਤ ਤੇ ਔਗਣਾ ਰੂਪੀ ਜਿੰਨੇ ਤਾਰੇ ਸਨ। ਨਹਿ ਪਈਅਤ ਸਭ ਗਏ ਪਲਾਏ। ਸਭ ਦੌੜ ਚੁੱਕੇ ਸੀ, ਭਾਵ ਵੀ ਗੁਰੂ ਅਮਰਦਾਸ ਮਹਾਰਾਜ ਦੀ ਸੰਗਤ ਵਿੱਚ ਹੇ ਸਤਿਗੁਰੂ ਜੀ ਕੋਈ ਗੁਣ ਔਗਣ ਔਗਣੀ ਨਹੀਂ ਸਨ, ਸਾਰੇ ਗੁਣਾਂ ਦੇ ਭਰੇ ਦੇਵਤਿਆਂ ਵਰਗੇ ਸਿੱਖ ਬੈਠੇ ਸਨ। ਇਕ ਘਰ ਜੋਰ ਬੰਦਨਾ ਕਰਹੀ। ਮੈਂ ਕੀ ਵੇਖਿਆ ਗੋਇੰਦਵਾਲ ਜਾ ਕੇ, ਕੋਈ ਤਾਂ ਸਿੱਖ ਖੜ ਕੇ ਮਹਾਰਾਜ ਦੇ ਅੱਗੇ ਬੰਦਨਾ ਕਰਦਾ ਹੈ, ਹੱਥ ਜੋੜਦਾ ਹੈ, ਨਮਸਕਾਰਾਂ ਮੱਥੇ ਟੇਕਦਾ ਹੈ। ਏਕ ਉਪਾਇਨ ਅਰ ਪਹਿਆਨ। ਤੇ ਕੋਈ ਸਿੱਖ ਤੁਰਿਆ ਆਉਂਦਾ ਤੇ ਭੇਟਾਵਾਂ ਮਹਾਰਾਜ ਦੇ ਚਰਨੀ ਰੱਖਦਾ ਹੈ। ਇੱਕ ਬਾਰ ਜਾਚਤ ਬਾਛਤ ਚਿੱਤ ਕੋ। ਕਈ ਚਿੱਤ ਦੇ ਇੱਛਾ ਧਾਰਦੇ ਹੋਏ ਜਿਹੜੇ ਆ ਕੋਈ ਵੀ ਵਰਦਾਨ ਮੰਗ ਰਹੇ ਮਹਾਰਾਜ ਤੋਂ ਅਰਦਾਸ ਬੇਨਤੀ ਕਰਕੇ, ਕਈ ਦਾਤਾਂ ਮੰਗੀ ਜਾਂਦੇ, ਕੋਈ ਮੱਥਾ ਟੇਕੀ ਜਾਂਦਾ, ਕੋਈ ਭੇਟਾਵਾਂ ਚੜ੍ਹਾਈ ਜਾਂਦਾ, ਕੋਈ ਅਰਦਾਸਾਂ ਕਰੀ ਜਾਂਦਾ, ਤੇ ਕੋਈ ਮਨ ਇੱਛੇ ਪਦਾਰਥ ਮਹਾਰਾਜ ਤੋਂ ਮੰਗੀ ਜਾਂਦਾ। ਬੜੀ ਭੀੜ ਲੱਗੀ ਹੋਈ। ਇੱਕ ਬੂਝਤ ਆਪਣੀ ਕਲਿਆਣ। ਤੇ ਕਈ ਆਪਦੀ ਕਲਿਆਣ ਬਾਬਤ ਮਹਾਰਾਜ ਤੋਂ ਸਿੱਖਿਆ ਉਪਦੇਸ਼ ਪੁੱਛ ਰਹੇ। ਏਕ ਸ਼ਬਦ ਕੋ ਪਠੈ ਵਿਚਾਰੈ। ਕਈ ਸੰਗਤ ਵਿੱਚ ਬੈਠੇ ਹੋਏ ਸਿੱਖ ਗੁਰਬਾਣੀ ਪੜ੍ਹਦੇ ਐ, ਕੋਈ ਸਿੱਖ ਗੁਰਬਾਣੀ ਦੀ ਵਿਚਾਰ ਕਰ ਰਿਹਾ ਸੀ। ਗਾਏ ਰਬਾਬੀ ਰਾਗਨ ਤਾਨ। ਹਜ਼ੂਰ ਦੇ ਸੱਜੇ ਹੱਥ ਬੈਠੇ ਰਬਾਬੀ ਕੀਰਤਨ ਕਰ ਰਹੇ ਐ ਬੜਾ ਸੁੰਦਰ ਰਾਗਾਂ ਵਿੱਚ। ਇੱਕ ਅਰਦਾਸ ਕਰਤ ਹਵੈ ਠਾਂਡੇ। ਤੇ ਕੋਈ ਖੜ ਕੇ ਦੋਵੇਂ ਹੱਥ ਜੋੜ ਕੇ ਅਰਦਾਸ ਕਰੀ ਜਾਂਦਾ ਹੈ। ਮੰਗਲ ਹੋਤ ਅਨੇਕ ਵਿਧਾਨ। ਬੜੇ ਨਾਨਾ ਤਰ੍ਹਾਂ ਦਾ ਮੰਗਲ, ਖੁਸ਼ੀਆਂ, ਖੇੜੇ ਸਤਿਗੁਰੂ ਅਮਰਦਾਸ ਪਾਤਸ਼ਾਹ ਦੇ ਘਰ ਗੋਇੰਦਵਾਲ ਮੈਂ ਜਾ ਕੇ ਵੇਖੇ। ਅਧਿਕ ਪ੍ਰਤਾਪ ਬਿਲੋਕ ਜਰਿਓ ਨਹਿ। ਤੇ ਮੈਥੋਂ ਜਰਿਆ ਨਹੀਂ ਗਿਆ, ਕਿਉਂਕਿ ਗੁੱਸੇ 'ਚ ਹੀ ਗਿਆ ਸੀ ਮਹਾਰਾਜ। ਅਸੀਂ ਗੁੱਸੇ 'ਚ ਗਏ ਸੀ ਤਖਤ ਖੋਹਣ ਵਾਸਤੇ, ਅੱਗੋਂ ਜਾ ਕੇ ਵੇਖਿਆ ਵੀ ਅਸੀਂ ਤੇ ਇਹਨਾਂ ਨੂੰ ਖਡੂਰ ਸਾਹਿਬ ਤੋਂ ਕੱਢਿਆ ਤੇ ਇੱਥੇ ਆ ਕੇ ਗੋਇੰਦਵਾਲ ਇਹਨਾਂ ਦੀ ਮਹਿਮਾ ਉਦੋਂ ਵੀ ਵਧੀ ਹੋਈ ਹੈ। ਤੇ ਸਾਥੋਂ ਮਹਾਰਾਜ ਪ੍ਰਤਾਪ ਮਹਾਰਾਜ ਦਾ ਵੇਖ ਕੇ ਸਿਆਹ ਨਹੀਂ ਗਿਆ ਸੀ, ਸੜ ਬਲ ਕੇ ਸੁਆਹ ਹੋ ਗਏ। ਜਰਿਓ ਕ੍ਰੋਧ ਕੀ ਅਗਨ ਮਝਾਰ। ਤੇ ਮੇਰਾ ਮਨ ਗੁੱਸੇ ਦੀ, ਕ੍ਰੋਧ ਦੀ ਅੱਗ ਵਿੱਚ ਸੜ ਬਲ ਗਿਆ ਹੈ ਸੀ। ਤੂਰਨ ਕਰਤ ਉਲੰਘਿਓ ਸਭ ਕੋ। ਤੇ ਮਹਾਰਾਜ ਅਸੀਂ ਸਾਰੀਆਂ ਸੰਗਤਾਂ ਨੂੰ ਬੜੀ ਛੇਤੀ ਦੇ ਨਾਲ ਸੰਗਤਾਂ ਦੇ ਵਿੱਚੋਂ ਦੀ ਲੰਘਦੇ ਹੋਏ ਜਾਏ ਗੁਰੂ ਕੇ ਲਾਤ ਪ੍ਰਹਾਰ। ਤੇ ਗੁਰੂ ਅਮਰਦਾਸ ਮਹਾਰਾਜ ਦੇ ਕੰਡ ਪਿੱਛੇ ਜਾ ਕੇ ਸਭ ਸੰਗਤਾਂ ਨੂੰ ਲੰਘਦਿਆਂ ਹੋਇਆਂ ਤੇ ਗੁਰੂ ਅਮਰਦਾਸ ਮਹਾਰਾਜ ਦੀ ਵੱਖੀ ਵਿੱਚ ਲੱਤ ਮਾਰ ਦਿੱਤੀ, ਸਿੰਘਾਸਣ ਤੇ ਬੈਠਿਆਂ ਹੋਇਆਂ ਦੇ। ਕਹੀ ਕਠੋਰ ਗਿਰਾ ਬਹੁ ਬਿਧ ਕੀ। ਨਾਲੇ ਲੱਤ ਮਾਰੀ ਮਹਾਰਾਜ ਦੇ, ਨਾਲੇ ਬੜੀ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਵਰਤੀ, ਮਾੜੇ ਬਚਨ ਵੀ ਬੋਲੇ। ਦਈ ਅਨੇਕ ਪ੍ਰਕਾਰ ਨਗਾਰ। ਤੇ ਚੰਗੀਆਂ ਮੰਦੀਆਂ ਅਨੇਕ ਤਰ੍ਹਾਂ ਦੀਆਂ ਮਹਾਰਾਜ ਸੀ ਗਾਲਾਂ ਵੀ ਕੱਢੀਆਂ ਗੁਰੂ ਅਮਰਦਾਸ ਜੀ ਨੂੰ। ਨਿਬਲ ਸਰੀਰ ਅਵਸਥਾ ਬ੍ਰਿਧ ਬੱਡ। ਇਧਰ ਬੜੀ ਬੁੱਢੀ ਉਮਰ ਦੇ ਬਿਰਧ ਅਵਸਥਾ ਦੇ ਮਾਲਕ ਸਨ, 100 ਵਰਿਆਂ ਦੇ ਲਾਗੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਸਰੀਰ ਬੜਾ ਇਹਨਾਂ ਦਾ ਕਮਜ਼ੋਰ ਹੋ ਚੁੱਕਾ ਹੈ ਸੀ। ਸਹਿਓ ਨਾ ਗਇਓ ਕਾਤ ਤਿਸ ਬਾਰ। ਤੇ ਸਾਡੀ ਉਮਰ ਮਹਾਰਾਜ ਜਦੋਂ ਨੌਜਵਾਨ ਸੀ ਤੇ ਜ਼ੋਰ ਨਾਲ ਅਸੀਂ ਜਿਹੜੀ ਲੱਤ ਮਾਰੀ, ਗੁਰੂ ਅਮਰਦਾਸ ਮਹਾਰਾਜ ਤੋਂ ਲੱਤ ਵੱਜੀ ਹੋਈ ਸਹਿ ਨਾ ਹੋਈ, ਕਿਉਂਕਿ ਸਰੀਰ ਬੁੱਢਾ ਸੀ ਤੇ ਕਮਜ਼ੋਰਾ ਸੀ। ਅਸੀਂ ਸਰੀਰ ਕਰਕੇ ਬਲ ਵਾਲੇ ਤੇ ਜਵਾਨ ਹਾਂ ਸੀ। ਵਾਖਿਆ ਸਥਲ ਮਹਿ ਕਾਤ ਲਾਤ ਕੋ। ਸਾਡੀ ਮਾਰੀ ਹੋਈ ਲੱਤ ਗੁਰੂ ਅਮਰਦਾਸ ਮਹਾਰਾਜ ਦੇ ਵੱਖੀ ਵਾਲੇ ਥਾਂ ਵਿੱਚ ਜਾ ਵੱਜੀ। ਲਗਤ ਗੇਰੇ ਪ੍ਰਿਥਵੀ ਪਰ ਜਾਏ। ਤੇ ਲੱਗਦਿਆਂ ਸਾਰ ਗੁਰੂ ਅਮਰਦਾਸ ਪਾਤਸ਼ਾਹ ਜੀ ਸਿੰਘਾਸਣ ਤੋਂ ਓਡੀ ਦੂਰ
ਧਰਤੀ ਤੇ ਜਾ ਡਿੱਗ ਪਏ। ਹਾਹਾਕਾਰ ਸਭਾ ਮਹਿ ਹੋਵਾ। ਸਭ ਸੰਗਤ ਵਿੱਚ ਹਾਹਾਕਾਰ ਮਚ ਗਈ, ਸਭ ਪਾਸੇ ਰੌਲਾ ਪੈ ਗਿਆ। ਸਿੱਖਿਆਨ ਗਹਿ ਭੋਜ ਦੇ ਬਿਠਾਏ। ਸਿੱਖਾਂ ਨੇ ਬਿਰਧ ਅਵਸਥਾ ਵਾਲੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਚੁੱਕ ਕੇ ਫਿਰ ਸਿੰਘਾਸਣ ਤੇ ਬਿਠਾ ਲਿਆ। ਉਠਤ ਭਈ ਸੁਧ ਮਮ ਪਗ ਪਕਰੇ। ਤੇ ਜਦੋਂ ਥੋੜੀ ਹੋਸ਼ ਜੀ ਸਾਂਭੀ ਨਾ, ਕਿਉਂਕਿ ਬਿਰਧ ਸਰੀਰ ਸੀ, ਚਾਣਚੱਕ ਲੱਤ ਮਾਰੀ ਡਿੱਗ ਪਏ ਗੁਰੂ ਅਮਰਦਾਸ ਜੀ। ਤੇ ਹਜ਼ੂਰ ਨੂੰ ਜਦੋਂ ਸੁੱਧ ਜੀ ਆਈ ਵੀ ਬਾਬਾ ਦਾਤੂ ਜੀ ਆਏ ਹੋਏ ਆ, ਉਹਨਾਂ ਲੱਤ ਮਾਰੀ ਹੈ। ਤੇ ਗੁਰੂ ਅਮਰਦਾਸ ਮਹਾਰਾਜ ਨੇ, ਹੇ ਗੁਰੂ ਅਰਜਨ ਪਾਤਸ਼ਾਹ ਜੀ, ਤੁਹਾਡੇ ਨਾਨਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨਿਮਰਤਾ ਦਾ ਸ਼ਿਖਰ ਸਨ। ਉਹਨਾਂ ਸਾਨੂੰ ਗੁੱਸੇ ਹੋਣ ਦੀ ਬਜਾਏ ਸਾਡਾ ਪੈਰ ਪਕੜ ਲਿਆ, ਜਿਹੜਾ ਅਸੀਂ ਉਹਨਾਂ ਦੇ ਵੱਖੀ ਵਿੱਚ ਮਾਰਿਆ। ਸਨੇ ਸਨੇ ਮਾਲ ਮ੍ਰਿਦੁਲ ਤਾਏ। ਤੇ ਮੁੱਠੀ ਚਾਪੀ ਕਰਨ ਲੱਗ ਪਏ, ਸਾਡਾ ਪੈਰ ਘੁੱਟਣ ਲੱਗ ਪਏ ਧੀਰੇ ਧੀਰੇ। ਕਹਿਣ ਲੱਗੇ ਮਾਮ ਅੰਗ ਨਿਠੁਰ ਵੱਡ। ਤੇ ਉਲਟਾ ਕਹਿਣ ਲੱਗੇ, ਹੇ ਬਾਬਾ ਦਾਤੂ ਜੀ, ਅਸੀਂ ਬੁੱਢੇ ਆਂ, ਮਾਸ ਹੈ ਨਹੀਂ ਸਾਡੇ ਸਰੀਰ ਤੇ, ਹੱਡ ਹੈ ਇਕੱਲੇ, ਜਿਸ ਕਰਕੇ ਸਾਡਾ ਸਰੀਰ ਬੜਾ ਸਖਤ ਤੇ ਕਰੜਾ ਹੈ। ਕਰਤ ਕਰ ਕੋ ਬੈਸ ਬਿਤਾਏ। ਕਿਉਂਕਿ ਅਸੀਂ ਸੇਵਾ ਕਰਦਿਆਂ ਹੋਇਆਂ ਸਾਰੀ ਉਮਰ ਬਤੀਤ ਕੀਤੀ ਹੈ, ਜਿਸ ਕਰਕੇ ਸਾਡਾ ਸਰੀਰ ਬੜਾ ਕਰੜਾ ਹੋ ਚੁੱਕਾ ਹੈ। ਤੁਮ ਨਿਤ ਬੈਠੇ ਮ੍ਰਿਦ ਪਾਗ ਪੰਕਜ। ਤੇ ਤੁਸੀਂ ਗੁਰੂ ਅੰਗਦ ਦੇ ਮਹਾਰਾਜ ਦੇ ਸਾਹਿਬਜ਼ਾਦੇ ਸਦਾ ਬੈਠੇ ਰਹਿਣ ਵਾਲੇ ਸਿੰਘਾਸਣਾਂ ਤੇ, ਜਿਸ ਕਰਕੇ ਤੁਹਾਡੇ ਜਿਹੜੇ ਨਾ ਉਹ ਚਰਨ ਤੇ ਸਰੀਰ ਬੜਾ ਕੋਮਲ ਹੈ, ਤੁਹਾਡੇ ਚਰਨ ਬੜੇ ਕੂਲੇ ਹਨ। ਸਾਡਾ ਸਰੀਰ ਪੱਕ ਚੁੱਕਾ ਬੁੱਢੇ ਹੋਣ ਕਰਕੇ, ਤੇ ਜਵਾਨੀ ਕਰਕੇ ਤੁਹਾਡੇ ਚਰਨ ਜਿਹੜੇ ਬੜੇ ਕੂਲੇ ਹਨ। ਪੀੜਤ ਹੋਏ ਲਾਗ ਮਮ ਅੰਗ। ਤੇ ਤੁਸਾਂ ਸਾਡੇ ਲੱਤ ਮਾਰੀ, ਜ਼ਰੂਰ ਤੁਹਾਡੇ ਚਰਨ ਪੀੜ ਹੋਏ ਹੋਣੇ ਆ, ਤੁਹਾਡੇ ਚਰਨਾਂ ਨੂੰ ਸਾਡੇ ਹੱਡ ਵੱਜ ਕੇ ਦੁੱਖ ਹੋਇਆ ਹੋਵੇਗਾ। ਕਰੀ ਅਵਗਿਆ ਤੁਮ ਕੋ ਦੇਖੇ। ਬਾਕੀ ਹੈ ਬਾਬਾ ਦਾਤੂ ਜੀ, ਸਾਡਾ ਬੜਾ ਵੱਡਾ ਕਸੂਰ ਹੈ, ਅਸੀਂ ਬੜੀ ਵੱਡੀ ਅਵਗਿਆ ਕੀਤੀ, ਭੁੱਲ ਕੀਤੀ ਇੱਕ। ਉੱਠਿਓ ਨਾ ਮੈਂ ਆਦਰ ਕੇ ਸੰਗ। ਤੁਹਾਨੂੰ ਵੇਖ ਕੇ ਅਸੀਂ ਖੜੇ ਨਹੀਂ ਹੋਏ। ਹਾਲਾਂਕਿ ਬਾਬਾ ਦਾਤੂ ਜੀ ਤਾਂ ਆਏ ਵੀ ਪਿੱਛੋਂ ਦੀ ਸੀਗੇ ਲੱਤ ਮਾਰਨ, ਪਰ ਧੰਨ ਗੁਰੂ ਅਮਰਦਾਸ ਮਹਾਰਾਜ ਸੁਣਾ ਰਹੇ ਬਾਬਾ ਦਾਤੂ ਜੀ ਵੀ, ਮਹਾਰਾਜ ਅਸੀਂ ਗਏ ਵੀ ਪਿੱਛੋਂ ਦੀ ਸਾਂ, ਪਤਾ ਨਹੀਂ ਸੀ ਗੁਰੂ ਅਮਰਦਾਸ ਮਹਾਰਾਜ ਨੂੰ ਵੀ ਅਸੀਂ ਆਏ ਹੋਏ ਹਾਂ। ਪਰ ਜਦੋਂ ਲੱਤ ਮਾਰੀ, ਚਰਨ ਫੜ ਕੇ ਕਹਿੰਦੇ, ਮਹਾਰਾਜ ਸਾਨੂੰ ਵੱਜਣੀ ਚਾਹੀਦੀ ਸੀ ਲੱਤ, ਕਿਉਂਕਿ ਤੁਸੀਂ ਗੁਰੂ ਅੰਗਦ ਦੇ ਮਹਾਰਾਜ ਦੇ ਸਾਹਿਬਜ਼ਾਦੇ ਆਏ, ਇਹ ਬੁੱਢਾ ਸਰੀਰ ਹੰਕਾਰਿਆ ਹੋਇਆ, ਤੁਹਾਨੂੰ ਆਇਆਂ ਵੇਖ ਕੇ ਖੜਾ ਨਹੀਂ ਹੋਇਆ ਸੀ। ਜਥਾ ਜੋਗ ਤਾੜਨ ਕੀਓ ਮੁਝ ਕੋ। ਇਹ ਗੁਰੂ ਕੇ ਸਾਹਿਬਜ਼ਾਦੇ, ਜੋ ਤੁਸਾਂ ਕੀਤਾ ਇਸੇ ਹਾਲਤ ਵਾਲਾ ਸੀ ਦਾਸ। ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਆਖਿਆ ਵੀ ਸਾਡੇ ਨਾਲ ਐਂ ਹੀ ਹੋਣੀ ਚਾਹੀਦੀ ਸੀ, ਜਿਹੜੀ ਤੁਸੀਂ ਕੀਤੀ, ਲੱਤ ਮਾਰੀ, ਚੰਗਾ ਕੀਤਾ, ਸਾਨੂੰ ਤੁਸੀਂ ਸਜ਼ਾ ਦਿੱਤੀ, ਇਹ ਸਰੀਰ ਖੜਾ ਨਹੀਂ ਸੀ ਹੋਇਆ ਤੁਹਾਨੂੰ ਆਇਆਂ ਵੇਖ ਕੇ। ਗੁਰ ਕੇ ਨੰਦਨ ਬੁੱਧ ਉਤੰਗ। ਕਿਉਂਕਿ ਆਪ ਉੱਚੀ ਬੁੱਧੀ, ਸ਼੍ਰੇਸ਼ਟ ਬੁੱਧੀ ਵਾਲੇ ਗੁਰੂ ਅੰਗਦ ਦੇ ਮਹਾਰਾਜ ਦੇ ਸਾਹਿਬਜ਼ਾਦੇ ਹੋ। ਆਪ ਕਰੋ ਫੁਰਮਾਵਨ ਕੋ ਆਬ। ਤੇ ਸਾਥੋਂ ਭੁੱਲ ਹੋ ਗਈ ਬਾਬਾ ਜੀ, ਆਪ ਕਿਰਪਾ ਕਰੋ, ਹੁਣ ਸਾਨੂੰ ਸੋਝੀ ਬਖਸ਼ੋ, ਜਿਵੇਂ ਆਪ ਜੀ ਆਖੋਗੇ। ਸੇਵਾ ਠਾਨਾ ਹਿਰਦੈ ਉਮੰਗ। ਜਿਵੇਂ ਤੁਸੀਂ ਆਖੋਗੇ ਅਸੀਂ ਉਵੇਂ ਹੀ ਸੇਵਾ, ਸਾਨੂੰ ਤੁਹਾਨੂੰ ਅੱਗੋਂ ਲੈਣ ਜਾਣਾ ਚਾਹੀਦਾ ਸੀ ਆਇਆਂ ਨੂੰ, ਅਸੀਂ ਨਹੀਂ ਗਏ, ਤੁਸੀਂ ਲੱਤ ਮਾਰੀ, ਚੰਗਾ ਕੀਤਾ, ਤੁਹਾਡੇ ਚਰਨਾਂ ਨੂੰ ਕੋਈ ਦੁੱਖ ਤਾਂ ਨਹੀਂ ਹੋਇਆ, ਬੁੱਢੇ ਸਰੀਰ ਹੱਡ ਵੱਜ ਗਏ ਹੋਣੇ ਆ। ਹੁਣ ਦੱਸੋ ਆਪ ਜੀ ਦੀ ਕੀ ਸੇਵਾ ਕਰੀ, ਆਪ ਹੁਕਮ ਕਰੋ, ਅਸੀਂ ਬੜੇ ਪ੍ਰੇਮ ਉਤਸ਼ਾਹ ਨਾਲ ਉਹ ਸੇਵਾ ਵਿੱਚ ਹਾਜ਼ਰ ਹੋਵਾਂਗੇ। ਮੈਂ ਗੁਰਦਾਸ ਗੁਰੂ ਸੁਤ ਹੋ ਤੁਮ। ਕਿਉਂਕਿ ਬਾਬਾ ਦਾਤੂ ਜੀ ਤੁਸੀਂ ਗੁਰੂ ਕੇ ਸਾਹਿਬਜ਼ਾਦੇ ਤੇ ਅਸੀਂ ਤੁਹਾਡੇ ਘਰ ਦੇ ਨੌਕਰ ਹਾਂ। ਗੁਰ ਸਾਮ ਲਖਾਂ ਆਪ ਕੋ ਨੀਤ। ਅਸੀਂ ਤਾਂ ਨਿਤਾ ਪ੍ਰਤੀ ਤੁਹਾਨੂੰ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਵਾਂਗੂ ਵੇਖਦੇ ਹਾਂ। ਕ੍ਰੋਧ ਨਿਵਾਰ ਛਿਮਹਾ ਅਪਰਾਧੂ। ਤੇ ਸਾਡੀ ਭੁੱਲ ਨੂੰ ਮਹਾਰਾਜ ਬਖਸ਼ੋ, ਤੇ ਹੁਣ ਆਪ ਦਾ ਗੁੱਸਾ ਨਾ ਕਰੋ, ਆਪ ਜੀ ਗੁੱਸਾ ਛੱਡੋ ਤੇ ਸਾਡੇ ਔਗਣ ਨੂੰ ਬਖਸ਼ ਦਿਓ ਜੀ। ਓਹ ਸਾਧੂ ਸੇਵਕ ਮਮ ਚੀਤ। ਤੇ ਆਪ ਔਰ ਸਾਧੂ ਸੇਵਕ ਮਮ ਚੀਤ, ਆਪ ਸਾਧੂ ਹਿਰਦੇ ਵਾਲੇ ਹੋ, ਸਾਧੂ ਸੁਭਾਅ ਦੇ ਹੋ,
ਤੇ ਸਾਡਾ ਚਿੱਤ ਸੇਵਕਾਂ ਵਾਲਾ ਹੈ। ਦਾਸਨ ਦਾਸ ਪਛਾਨਾ ਮੋਕਾ। ਤੇਰੇ ਦੇ ਵਿੱਚ ਸਾਨੂੰ ਆਪਦਾ ਸੇਵਕ ਜਾਣੋ, ਆਪਦੇ ਦਾਸਾਂ ਦਾ ਦਾਸ ਪਛਾਨਣਾ ਕਰੋ ਜੀ। ਕੀਨ ਕਿਰਪਾਲ ਵਿਸ਼ਾਲ ਸੁਨੀਤ। ਤੁਹਾਡੇ ਘਰ ਨੇ ਤਾਂ ਬਾਬਾ ਦਾਤੂ ਜੀ ਸਾਨੂੰ ਸਦਾ ਨਿਹਾਲ ਕੀਤਾ ਹੈ, ਸਾਡੇ ਤੇ ਸਦਾ ਹੀ ਕਿਰਪਾ ਕੀਤੀ ਹੈ। ਆਪਨ ਜਾਨ ਕੇ ਤਾੜਤ ਭੇ। ਭੇ ਮੋਜ ਕੀ ਹੋਇਆ, ਤੁਸੀਂ ਮੈਨੂੰ ਆਪਣਾ ਜਾਣ ਕੇ ਜੇ ਝਿੜਕ ਦਿੱਤਾ ਹੈ। ਦੇਖ ਬੇਕਾਰਨ ਮਤ ਵਿਪਰੀਤ। ਕਿਉਂਕਿ ਸਾਡੀ ਮਤ ਵਿਗੜ ਗਈ ਸੀ, ਅਸੀਂ ਹੰਕਾਰੀ ਹੋ ਗਏ ਸੀ ਇਸ ਤਖਤ ਤੇ ਬਹਿ ਕੇ, ਤੁਹਾਨੂੰ ਵੇਖ ਕੇ ਆਇਆ ਖੜੇ ਨਹੀਂ ਹੋਏ ਤੇ ਸਾਡੀ ਵਿਪਰੀਤ ਉਲਟੀ ਮਤ ਨੂੰ ਤੁਸੀਂ ਸਿੱਧਾ ਕਰ ਦਿੱਤਾ, ਲੱਤ ਮਾਰ ਕੇ, ਤਾੜ ਕੇ, ਝਿੜਕ ਕਰਕੇ। ਮੈਂ ਸੁਨ ਕ੍ਰੋਧਤ ਬਾਕ ਕਹਿਓ ਤੋਝ। ਕੀ ਦਸੀਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਉਹਨਾਂ ਤਾਂ ਨਿਮਰਤਾ ਦੇ ਬਚਨ ਕਹੇ ਪਰ ਮੱਤ ਮਾਰੀ ਗਈ ਮਹਾਰਾਜ। ਅਸੀਂ ਹੋਰ ਗੁੱਸੇ ਦੇ ਨਾਲ ਬੜੇ ਹੋਰ ਭੈੜੇ ਬੋਲ ਗੁੱਸੇ ਵਿੱਚ ਮਹਾਰਾਜ ਨੂੰ ਬੋਲੇ ਉਦੋਂ। ਭਲਾ ਆਪਨੋ ਇਸ ਮੈਂ ਜਾਨ। ਆਖਿਆ ਹੇ ਅਮਰਦਾਸ, ਸਾਡੇ ਚਰਨੀ ਲੱਗੇ ਰਹੋਗੇ ਤੇ ਇਸੇ ਵਿੱਚ ਹੀ ਤੁਹਾਡਾ ਭਲਾ ਹੈ। ਨਰਨ ਅਚੰਭ ਦਿਖਾਇ ਦੰਭ। ਤੁਸੀਂ ਬੜਾ ਇੱਥੇ ਪਖੰਡ ਵਿਖਾ ਰਹੇ ਹੋ ਤੇ ਮਨੁੱਖਾਂ ਦੇ ਵਿੱਚ, ਸੰਗਤਾਂ ਦੇ ਵਿੱਚ ਬੜਾ ਹੈਰਾਨ ਕਰਦੇ ਹੋ ਪਖੰਡ ਕਰਾਮਾਤਾਂ ਵਿਖਾ ਵਿਖਾ ਕੇ। ਮੋਕਾ ਨਹੀਂ ਸੁਹਾਏ ਮਹਾਨ। ਇਹ ਤੁਹਾਡਾ ਮਹਾਨ ਕੀਤਾ ਹੋਇਆ ਪਖੰਡ ਸਾਨੂੰ ਨਹੀਂ ਚੰਗਾ ਲੱਗਦਾ, ਜੋ ਤੁਸੀਂ ਪਖੰਡ ਰਚਿਆ ਹੋਇਆ ਕਰਾਮਾਤਾਂ ਵਿਖਾਉਂਦੇ ਹੋ। ਇਹ ਸਭ ਤਿਆਗ ਅਪਰਥਲ ਗਮਨਾ। ਇਸ ਲਈ ਸਾਡਾ ਹੁਕਮ ਹੈ, ਜੇ ਭਲੀ ਚਾਹੁੰਦੇ ਹੋ ਅਮਰਦਾਸ, ਤੇ ਇਹ ਸਾਰਾ ਕੁਝ ਛੱਡ ਛਡਾ ਕੇ ਤੇ ਕਿਤੇ ਹੋਰ ਪਾਸੇ ਚਲੇ ਜਾਓ। ਟਿਕਹਾ ਨਾ ਭਲੋ ਮੇਰੋ ਭਨਿਓ ਪਛਾਨ। ਇੱਥੇ ਨਾ ਹੁਣ ਰਿਹਾ ਜੇ, ਮੇਰਾ ਕਿਹਾ ਹੋਇਆ ਮੰਨ ਲਓਗੇ ਬਚਨ, ਇਸੇ ਵਿੱਚ ਹੀ ਤੁਹਾਡਾ ਭਲਾ ਪਛਾਨੋ। ਛਾਲ ਸੋ ਮਮ ਪਿਤ ਕੀ ਕਾਰ ਸੇਵਾ। ਤੇ ਮਹਾਰਾਜ ਹੋਰ ਵੀ ਬੜੇ ਬਚਨ ਮਾੜੇ ਬੋਲੇ। ਅਸਾਂ ਆਖਿਆ ਹੇ ਗੁਰੂ ਅਮਰਦਾਸ, ਤੁਸੀਂ ਸਾਡੇ ਪਿਤਾ ਗੁਰੂ ਅੰਗਦ ਪਾਤਸ਼ਾਹ ਤੋਂ ਬੜੇ ਛਲ ਦੇ ਨਾਲ, ਧੋਖੇ ਦੇ ਨਾਲ, ਗੁਰ ਤਾਲੀਨ ਗਰੀਬੀ ਠਾਨ। ਵੀ ਗੁਰਤਾ ਵਾਸਤੇ ਸੇਵਾ ਕੀਤੀ, ਸਾਡੇ ਪਿਤਾ ਦੇ ਲਾਗੇ ਰਹਿ ਰਹਿ ਕੇ ਸੇਵਾ ਕਰਕੇ ਧੋਖੇ ਨਾਲ ਗੁਰਤਾ ਲੈ ਲਈ। ਬੜੀ ਗਰੀਬੀ ਜੀ ਵਿਖਾਉਂਦੇ ਸੀ, ਨਿਮਰਤਾ ਵਿਖਾ ਵਿਖਾ ਕੇ ਸਾਡੇ ਪਿਤਾ ਤੋਂ ਧੋਖੇ ਨਾਲ ਤੁਸੀਂ ਗਰਿਆਈ ਲਈ ਹੈ। ਮੋਹੇ ਪਿਤਾ ਕੋ ਭੋਰ ਸੁਭਾਉ। ਕਿਉਂਕਿ ਸਾਡੇ ਪਿਤਾ ਦਾ ਸੁਭਾਅ ਬਹੁਤ ਭੋਲਾ ਹੈ ਸੀ। ਛਲ ਚਾਤਰ ਤਾਲ ਖੀਨਾ ਤੋਹੇ। ਉਹਨਾਂ ਨੇ ਤੁਹਾਡੀ ਤੇਜ ਤਰਾਰ, ਛਲਣ ਵਾਲੀ ਬਿਰਤੀ, ਧੋਖਾ ਧੜੀ ਜਾਣੀ ਨਹੀਂ ਸੀ। ਅਜਮਤ ਆਦਿਕ ਠੱਗ ਕਾਰ ਲਿਆਇਆ। ਤੇ ਗੁਰੂ ਅੰਗਦ ਦੇਵ ਸਾਡੇ ਪਿਤਾ ਜੀ ਮਹਾਰਾਜ ਤੋਂ ਤੁਸੀਂ ਧੋਖੇ ਨਾਲ ਵਰ ਲੈ ਲਏ 12 ਤੇ ਬੜੀ ਅਜਮਤ ਵੀ ਹਾਸਲ ਕਰ ਲਈ। ਰਚਿਓ ਪਖੰਡ ਅਧਿਕ ਧਨ ਹੋਏ। ਤੇ ਹੁਣ ਇੱਥੇ ਗੋਇੰਦਵਾਲ ਸਾਹਿਬ ਆਪਦਾ ਸਥਾਨ ਬਣਾ ਕੇ ਬੜਾ ਭਾਰੀ ਪਖੰਡ ਕਰਦੇ, ਬੜਾ ਧਨ ਜੋੜ ਰਹੇ ਹੋ। ਵਸਤ ਹਮਾਰੀ ਤੈ ਕਿਮ ਤਾਰੀ। ਗੁਰਤਾ ਸਿੰਘਾਸਨ ਸਾਡੇ ਘਰ ਦੀ ਵਸਤੂ ਹੈ, ਤੁਸੀਂ ਇਹਦੇ ਤੇ ਕਿਵੇਂ ਬਹਿ ਸਕਦੇ ਹੋ, ਕਿਵੇਂ ਧਾਰਨ ਕਰ ਸਕਦੇ ਹੋ। ਜਾਂ ਤੇ ਮੁਝ ਆਵਤ ਮਨ ਰੋਹੇ। ਤੁਸੀਂ ਸਾਡੇ ਘਰ ਦੀ ਵਸਤੂ ਨੱਪੀ ਹੋਈ ਗੁਰਤਾ ਸਿੰਘਾਸਨ ਧੋਖੇ ਨਾਲ ਲਿਆ ਹੈ, ਇਸ ਕਰਕੇ ਸਾਨੂੰ ਤੁਹਾਡੇ ਤੇ ਬੜਾ ਖਫਾ ਕ੍ਰੋਧ ਰਹਿੰਦਾ ਹੈ। ਭਲੋ ਚਾਹੈ ਤਉ ਰਹੋ ਨਹੀਂ ਆਬ। ਹਾਂ, ਭਲਾ ਚਾਹੁੰਦੇ ਹੋ ਅਮਰਦਾਸ ਤੇ ਇਹ ਥਾਂ ਛੱਡ ਕੇ ਚਲੇ ਜਾਓ, ਹੁਣ ਗੋਇੰਦਵਾਲ ਨਾ ਟਿਕਿਆ ਜੇ। ਲਹੈ ਕਸ਼ਟ ਬਚਨ ਬਚ ਮਨੈ ਨ ਮੋਹੇ। ਬਚ ਮੰਨੈ ਨਾ ਮੋਹੇ, ਕਸ਼ਟ ਭਾਰੀ ਪ੍ਰਾਪਤ ਕਰੋਗੇ ਜੇ ਸਾਡਾ ਬਚਨ ਨਾ ਮੰਨੋਗੇ ਤਾਂ। ਸੁਨ ਕਠੋਰ ਬਾਨੀ ਆਸ ਮੇਰੀ। ਤੋ ਹੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਕੀ ਦਸੀਏ, ਗੁਰੂ ਅਮਰਦਾਸ ਮਹਾਰਾਜ ਨੇ ਸਾਡੇ ਇਹੋ ਜਿਹੇ ਭੈੜੇ ਬਚਨ ਸੁਣ ਕਰਕੇ ਬੜੇ ਦੁੱਖ ਦੇਣ ਵਾਲੇ, ਸਰਲ ਹਿਰਦੈ ਬੋਲੇ ਹਿਤ ਠਾਨ। ਤੇ ਬੜੇ ਸਰਲ ਹਿਰਦੇ ਵਾਲੇ ਸੀਗੇ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ। ਜਿਵੇਂ ਅਸੀਂ ਆਖਿਆ ਉਹ ਸਾਰੇ ਹੀ ਸਾਡਾ ਭਲਾ ਜਾਣ ਕੇ
ਉਹ ਬਚਨ ਮੰਨ ਲਏ ਸਨ ਪ੍ਰੇਮ ਕਰਕੇ। ਆਬ ਤੇ ਆਗੇ ਕਰਾਂ ਤਥਾ ਮੈਂ, ਆਖਿਆ ਹੁਣ ਤੋਂ ਮਹਾਰਾਜ ਜੀ ਉਸੇ ਤਰ੍ਹਾਂ ਹੀ ਅਸੀਂ ਕਰਾਂਗੇ ਇਹ ਬਾਬਾ ਦਾਤੂ ਜੀ। ਜੋ ਥਰ ਜਾਏ ਆਪ ਕੀ ਜਾਨ, ਜਿਹੋ ਜੀ ਆਪ ਜੀ ਦੀ ਇਹ ਸਾਹਿਬਜ਼ਾਦਾ ਜੀ ਆਗਿਆ ਹੋਵੇਗੀ। ਦਾਸ ਤੁਮਾਰੋ ਕ੍ਰੋਧ ਨਿਵਾਰੋ, ਅਸੀਂ ਤਾਂ ਤੁਹਾਡੇ ਦਾਸ ਹਾਂ, ਹੁਣ ਕਿਰਪਾ ਕਰਕੇ ਤੇ ਆਪ ਗੁੱਸਾ ਛੱਡ ਦਿਓ। ਮੁਝ ਪਾਰ ਹੋ ਪ੍ਰਸੰਨ ਮਹਾਨ, ਤੇ ਮਹਾਨ ਖੁਸ਼ ਹੋ ਜਾਓ, ਜਿਵੇਂ ਤੁਸੀਂ ਆਖੋਗੇ ਅਸੀਂ ਉਸੇ ਤਰ੍ਹਾਂ ਹੀ ਕਰਾਂਗੇ। ਇਮ ਕਹਿ ਨਮ ਕਰੀ ਕਰ ਜੋਰੇ, ਇਸ ਤਰ੍ਹਾਂ ਕਹਿ ਕੇ ਨਾ ਤੇ ਦੋਵੇਂ ਹੱਥ ਜੋੜ ਲਏ ਸੀ, ਨਮਸਕਾਰ ਕਰ ਦਿੱਤੀ ਸੀ। ਕਵ ਸੰਤੋਖ ਸਿੰਘ ਕਰਤਬ ਖਾਨ, ਇਹ ਸਾਰੀ ਵਿਥਿਆ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਆ। ਉਹ ਵਿਥਿਆ ਜਿਹੜੀ ਬਾਬਾ ਦਾਤੂ ਜੀ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਖਡੂਰ ਸਾਹਿਬ ਗਿਆਨ ਨੂੰ ਸੁਣਾ ਰਹੇ, ਆਪਦੀ ਭੁੱਲ ਤੇ ਭੁੱਲ ਹੁਣ ਕਿਵੇਂ ਬਖਸ਼ਾਉਣੀ ਹੈ। ਦੋਹਰਾ ਨਿਸਾ ਪਰੀ ਆਸਨ ਆਪਨਾ, ਤੋ ਜਦੋਂ ਰਾਤ ਪੈ ਗਈ ਨਾ, ਬਾਬਾ ਦਾਤੂ ਜੀ ਕਹਿੰਦੇ ਗੁਰੂ ਅਰਜਨ ਪਾਤਸ਼ਾਹ ਅਸੀਂ ਬਚਨ ਕਹੇ ਫਿਰ ਤੋ ਬਹੁਤ ਮਾੜਾ ਵੀ ਬੋਲੇ ਮਹਾਰਾਜ ਨੂੰ, ਪਰ ਜਦੋਂ ਰਾਤਰੀ ਹੋਈ ਰਾਤ ਪਈ ਤੋਂ ਸਭ ਆਸਨਾਂ ਉੱਪਰ ਟਿਕ ਗਏ ਸਨ। ਗੁਰੂ ਬਿਰਾਜੇ ਜਾਏ, ਤੇ ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਵੀ ਆਪਦੇ ਸਿੰਘਾਸਣ ਤੇ ਜਾ ਕੇ ਸੁਖ ਆਸਣ ਸਥਾਨ ਤੇ ਇੱਕ ਵਾਰੀ ਬਿਰਾਜ ਗਏ ਸਨ। ਬਿਸਮਤ ਗਮਨੇ ਅਪਰ ਨਰ, ਤੇ ਫਿਰ ਜਿਹੜੇ ਸੰਗਤ ਸੀ ਉਹ ਵੀ ਹੈਰਾਨ ਹੁੰਦੇ ਵੀ ਦਾਤੂ ਨੇ ਚੰਗਾ ਨਹੀਂ ਕੀਤਾ ਗੁਰੂ ਅਮਰਦਾਸ ਮਹਾਰਾਜ ਨੂੰ ਲੱਤ ਮਾਰ ਕੇ। ਇਸ ਤਰ੍ਹਾਂ ਸਭ ਸੰਗਤਾਂ ਆਪਸ ਵਿੱਚ ਸਾਡੀ ਨਿੰਦਾ ਕਰਦੀਆਂ ਹੋਈਆਂ, ਹੈਰਾਨ ਹੁੰਦੀ ਹੋਈ ਸੰਗਤ ਘਰਾਂ ਨੂੰ, ਕੁਝ ਆਪਣਿਆਂ ਤੰਬੂਆਂ ਵਿੱਚ ਸਰਾਂ ਵਿੱਚ ਜਾ ਪਹੁੰਚ ਗਈ। ਗੁਰੂ ਅਮਰਦਾਸ ਜੀ ਆਪਣੇ ਸਥਾਨ ਤੇ ਜਾ ਰਾਤ ਨੂੰ ਬਿਰਾਜਮਾਨ ਹੋਏ। ਸ਼੍ਰੀ ਗੁਰ ਧੰਨ ਸੁਹਾਏ, ਸੰਗਤਾਂ ਕਹਿੰਦੀਆਂ ਸੀ ਦਾਤੂ ਨੇ ਚੰਗਾ ਨਹੀਂ ਕੀਤਾ, ਧੰਨ ਹਨ ਸੁਭਾਏ ਮਨ ਧੰਨ ਗੁਰੂ ਅਮਰਦਾਸ ਜੀ, ਜਿਨ੍ਹਾਂ ਲੱਤ ਖਾ ਕੇ ਵੀ ਗੁਰੂ ਅੰਗਦ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਦੇ ਚਰਨ ਪਕੜੇ, ਨਿਮਰਤਾ ਵਿਖਾਈ ਹੈ। ਨਿਸ਼ਾਨੀ ਛੰਦ ਅਰਧ ਨਿਸ਼ਾ ਮਹਿ ਸ਼੍ਰੀ ਗੁਰੂ, ਤੇ ਹੇ ਪਾਤਸ਼ਾਹ ਜਦੋਂ ਅੱਧੀ ਕੁ ਰਾਤ ਹੋਈ ਨਾ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜੋ ਕਰ ਤਿਆਗ ਚੱਲੇ ਹੈ, ਤੇ ਸਭ ਕੁਝ ਛੱਡ ਕੇ ਗੋਇੰਦਵਾਲ ਸਾਹਿਬ ਨੂੰ ਭਰਿਆ ਛੱਡ ਕੇ ਚੱਲੇ ਰਾਤ ਨੂੰ। ਗ੍ਰਹਿਣ ਕਰੀ ਨਹਿ ਵਸਤ ਕਛ, ਤੇ ਕੋਈ ਵੀ ਵਸਤੂ ਆਪਦੇ ਨਾਲ ਨਹੀਂ ਲਈ, ਖਾਲੀ ਹੱਥ ਚੱਲੇ ਐ। ਨਹਿ ਕਿਸੂ ਮਿਲੇ ਹੈ, ਤੇ ਨਾ ਹੀ ਜਾਣ ਲੱਗਿਆਂ ਕਿਸੇ ਨੂੰ ਮਿਲੇ, ਸਭ ਤੋਂ ਚੋਰੀ ਚਲੇ ਗਏ ਸਨ। ਪਨਹੀ ਬਿਨ ਪਗ ਕਮਲ ਤੇ ਜਦੋਂ ਤੁਰੇ ਤੇ ਜੋੜਾ ਵੀ ਲਾ ਦਿੱਤਾ ਵੀ ਗੋਇੰਦਵਾਲ ਸਾਹਿਬ ਅਸੀਂ ਬਾਬਾ ਦਾਤੂ ਨੂੰ ਆਖਿਆ ਕੁਝ ਲੈ ਕੇ ਨਹੀਂ ਜਾਣਾ। ਇਹ ਪਾਤਸ਼ਾਹ ਮਹਾਰਾਜ ਉਹਨਾਂ ਨੇ ਜੋੜਾ ਵੀ ਲਾ ਦਿੱਤਾ ਸੀ ਚਰਨਾਂ ਵਿੱਚੋਂ ਜਦੋਂ ਗੋਇੰਦਵਾਲ ਛੱਡ ਕੇ ਚੱਲੇ। ਮਾਰਗ ਪ੍ਰਸਥਾਨੇ, ਗੋਇੰਦਵਾਲ ਤੋਂ ਬਾਹਰ ਹੋ ਤੁਰੇ ਰਸਤੇ ਨੂੰ। ਹਿਰਦੈ ਵਿਚਾਰਤ ਕਿਤ ਚੱਲਹਿ, ਤੇ ਮਨ ਵਿੱਚ ਵਿਚਾਰਦੇ ਜਾਂਦੇ ਵੀ ਹੁਣ ਕਿੱਥੇ ਚਲੇ ਜਾਈਏ ਅਸੀਂ। ਬੈਠੈ ਕਿਸ ਥਾਨੇ, ਕਿਹੋ ਜੀ ਥਾਂ ਹੋਵੇ ਜਿੱਥੇ ਹੁਣ ਜਾ ਕੇ ਬਹਿ ਜਾਈਏ ਗੋਇੰਦਵਾਲ ਨੂੰ ਛੱਡ ਕਰ। ਮਾਨਵ ਮਿਲਹਿ ਨ ਆਨ ਜਹੈ, ਇਹੋ ਜੀ ਥਾਂ ਤੇ ਜਾਈਏ ਜਿੱਥੇ ਕੋਈ ਬੰਦਾ ਮਨੁੱਖ ਸਾਡੇ ਮੱਥੇ ਨਾ ਲੱਗੇ ਹੁਣ। ਨਹਿ ਛੂਟੈ ਧਿਆਨਾ, ਤੇ ਸਾਡਾ ਧਿਆਨ ਨਾ ਛੁੱਟੇ ਪਰਮੇਸ਼ਰ ਵਿੱਚੋਂ। ਨਹਿ ਬੋਲਹਿ ਨਹਿ ਕਲਹਿ ਕਰ, ਵੀ ਨਾ ਕਿਸੇ ਨਾਲ ਬੋਲਣਾ ਪਵੇ ਤੇ ਨਾ ਜਦੋਂ ਬੋਲਾਂਗੇ ਨਾ ਤੇ ਆਪੇ ਝਗੜਾ ਨਾ ਹੋਊਗਾ। ਬੋਲਤ ਬੜਾ ਬੇਕਾਰਾ ਵੀ ਬੋਲ ਕੇ ਹੀ ਝਗੜੇ ਵੱਧਦੇ ਆ ਨਾ। ਅਸੀਂ ਇਹੋ ਜਿਹੀ ਥਾਂ ਤੇ ਚਲੇ ਜਾਵਾਂਗੇ ਜਿੱਥੇ ਕਿਸੇ ਦੇ ਮੱਥੇ ਹੀ ਨਾ ਲੱਗਾਂਗੇ, ਆਪੇ ਸਾਡੇ ਕੋ ਮੱਥੇ ਨਾ ਲੱਗੂ, ਨਾ ਬੋਲੂ ਤੇ ਨਾ ਝਗੜਾ ਹੋਵੇਗਾ। ਕੁਛ ਬਿਗਨ ਨ ਠਾਨਾ, ਤੇ ਨਾ ਹੀ ਸਮਾਧੀ ਵਿੱਚ ਪਰਮੇਸ਼ਰ ਦੇ ਧਿਆਨ ਧਰਨ ਵਿੱਚ ਕੋਈ ਵਿਗਣ ਪਾ ਸਕੇਗਾ। ਏਕਾਕੀ ਬੈਠੈ ਕਹੂੰ, ਅਸੀਂ ਕਿਤੇ ਇਕੱਲੇ ਹੋ ਕਰਕੇ ਬੈਠ ਜਾਵਾਂਗੇ ਦੂਰ ਹੀ। ਪ੍ਰਭ ਕੋ ਸਿਮਰੇ ਹੈ, ਤੇ ਪਰਮੇਸ਼ਰ ਦਾ ਧਿਆਨ ਧਾਰ ਲਵਾਂਗੇ, ਸਿਮਰੀ ਜਾਵਾਂਗੇ। ਵਹਿਰ ਉਪਾਦ ਅਨੇਕ ਹਵੈ, ਕਿਉਂਕਿ ਬਾਹਰ ਜੇ ਬਿਰਤੀ ਰੱਖਾਂਗੇ ਸੰਸਾਰ ਵਿੱਚ ਤਾਂ ਬੜੀਆਂ ਉਪਾਧੀਆਂ ਹੁੰਦੀਆਂ ਹਨ, ਝਗੜੇ ਹੁੰਦੇ ਉੱਪਰੋਂ ਪੈਣ ਵਾਲੇ, ਕਦੇ ਕਿਸੇ ਨਾਲ ਬੋਲ ਕਬੋਲ ਈਰਖਾ ਕਾਰਨ ਸੰਸਾਰ ਇੱਕ ਦੂਜੇ ਨਾਲ ਲੜਦਾ ਫਿਰਦਾ ਹੈ। ਇੱਕ ਰਸ ਬਿਸਰੈ ਹੈ, ਤੇ ਜੇ ਇੱਕ ਥਾਂ ਤੇ ਅਸੀਂ ਟਿਕ ਜਾਈਏ ਸਭ ਤੋਂ ਦੂਰ ਓਲੇ ਕਿਤੇ, ਆਪੇ ਸਾਰੀਆਂ ਉਪਾਧੀਆਂ ਵਿਸਰ ਜਾਣਗੀਆਂ, ਝਗੜੇ ਕਲੇਸ਼ ਸਭ ਖਤਮ ਹੋ ਜਾਣਗੇ। ਬਾਬਾ ਦਾਤੂ ਜੀ ਵੀ ਖੁਸ਼ ਹੋ ਲੈਣਗੇ, ਸੰਗਤਾਂ ਵੀ ਖੁਸ਼ ਹੋ ਜਾਣਗੀਆਂ। ਏਵ ਵਿਚਾਰਤ ਚਲਤ ਮਗ, ਤੇ ਹੇ ਗੁਰੂ ਅਰਜਨ ਪਾਤਸ਼ਾਹ ਜੀ
ਧੰਨ ਗੁਰੂ ਅਮਰਦਾਸ ਜੀ ਸਾਥੋਂ ਸਾਡੇ ਕਰਤੂਤ ਕੀਤੀ ਤੋਂ ਮਹਾਰਾਜ ਨੇ ਫਿਰ ਗੋਇੰਦਵਾਲ ਛੱਡ ਦਿੱਤਾ ਸੀ। ਇਕੱਲੇ ਹੀ ਚਲੇ ਗਏ ਸਨ ਕਿਸੇ ਪਾਸੇ ਨੂੰ। ਬਾਸਰ ਕੇ ਗ੍ਰਾਮੂ ਇਥੋਂ ਤੁਰੇ ਤੇ ਆਪਣੇ ਜੱਦੀ ਨਗਰ ਬਾਸਰ ਕੇ ਪਹੁੰਚ ਗਏ। ਆਏ ਪਹੁੰਚੇ ਛਿਨਕ ਮਹਿ ਜਦ ਬੜੀ ਛੇਤੀ ਦੇ ਨਾਲ ਜਦੋਂ ਬਾਸਰ ਕੇ ਪਿੰਡ ਆ ਪਹੁੰਚੇ ਆ, ਦੇਖਿਓ ਇੱਕ ਧਾਮੂ ਤੇ ਨਗਰ ਦੇ ਬਾਹਰ ਵਰੇ ਕਿ ਇਹਨਾਂ ਨੇ ਕੋਠਾ ਜਿਹੜਾ ਵੈ ਨਜ਼ਰੀ ਡਿੱਠਾ ਇਹਨਾਂ ਦੀ। ਕੋਠਾ ਹੁਤੋ ਗੋਪਾਲ ਕੋ ਤੋ ਉਹ ਗਵਾਲਿਆਂ ਦਾ ਕੋਠਾ ਸੀ, ਗਊਆਂ ਚਾਰਨ ਵਾਲਿਆਂ ਦਾ। ਉਹ ਹੈ ਸਾਧ ਸੰਗਤ ਜੀ ਜਿੱਥੇ ਹੁਣ ਸੰਨ ਸਾਹਿਬ ਹੈ ਨਾ, ਇਹ ਗੁਰੂ ਅਮਰਦਾਸ ਮਹਾਰਾਜ ਕੀ ਜ਼ਮੀਨ ਸੀਗੀ ਜਦੋਂ ਮਹਾਰਾਜ ਵਾਹੀ ਕਰਦੇ ਰਹੇ ਆ। ਤੇ ਮਹਾਰਾਜ ਸਤਿਗੁਰਾਂ ਨੇ ਪੁੱਤਰ ਵੀ ਵਿਆਹ ਲਏ ਸਨ ਇੱਥੇ ਬਾਸਰ ਕੇ ਹੀ। ਤੇ ਉੱਥੇ ਫਿਰ ਮਹਾਰਾਜ ਨਾਲੇ ਕੰਮ ਕਰਿਆ ਕਰਨਾ ਖੇਤੀਬਾੜੀ ਦਾ, ਨਾਲੇ ਫਿਰ ਉਸ ਕਮਰੇ ਵਿੱਚ ਕੋਠੇ ਵਿੱਚ ਮਹਾਰਾਜ ਬੜਾ ਸਮਾਂ ਬੈਠੇ ਰਹਿੰਦੇ ਸਨ ਸਮਾਧੀ ਲਾ ਕੇ। ਜਦੋਂ ਮਹਾਰਾਜ ਫਿਰ ਗੁਰੂ ਅੰਗਦ ਪਾਤਸ਼ਾਹ ਦੀ ਸੇਵਾ ਵਿੱਚ ਆ ਗਏ ਸੀ ਇੱਥੇ ਖਡੂਰ ਸਾਹਿਬ, ਫਿਰ ਉਦੋਂ ਗੁਰਤਾ ਮਿਲ ਗਈ। ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਚਲ ਗਏ। ਮਗਰੋਂ ਫਿਰ ਇਹ ਕਮਰਾ ਕੋਠਾ ਵਿਹਲਾ ਹੋ ਗਿਆ ਤੇ ਗਾਈਆਂ ਚਾਰਨ ਵਾਲੇ ਜਿਹੜੇ ਹੁੰਦੇ ਗੁੱਜਰ ਆਦਿਕ, ਇਹਨਾਂ ਨੇ ਫਿਰ ਉੱਥੇ ਡੇਰਾ ਲਾ ਲਿਆ ਸੀ ਉਸ ਥਾਂ ਤੇ। ਇਸ ਕਰਕੇ ਕਵੀ ਜੀ ਉਹਨੂੰ ਕਹਿੰਦੇ ਗਵਾਲਿਆਂ ਦਾ, ਭਾਵ ਗਊਆਂ ਚਾਰਨ ਵਾਲਿਆਂ ਦਾ ਕੋਠਾ ਵੱਜਦਾ ਸੀ। ਹੈ ਗੁਰੂ ਅਮਰਦਾਸ ਮਹਾਰਾਜ ਦੀ ਜ਼ਮੀਨ ਵਿੱਚ ਸੀ। ਤੇ ਗਵਾਲਿਆਂ ਦਾ ਕੋਠਾ ਕਹਿੰਦੇ ਜਿਹੜਾ ਵੱਜਦਾ ਸੀ ਨਾ, ਮਹਾਰਾਜ ਜੀ ਜਾ ਉਸ ਵਿੱਚ ਵੜ ਗਏ ਆ। ਤਹ ਕੇ ਤਿਕ ਦੂਰੀ ਜਿਹੜਾ ਪਿੰਡ ਤੋਂ ਕੁਝ ਕੁ ਦੂਰੀ ਤੇ ਆ, ਹੁਣ ਵੀ ਉਹ ਬਾਰ-ਬਾਰ ਹੀ ਆ, ਪਿੰਡ ਦੇ ਪਰਲੇ ਪਾਸੇ ਆਉਂਦਾ। ਜਦੋਂ ਇੱਧਰੋਂ ਬਾਬਾ ਬੁੱਢਾ ਸਾਹਿਬ ਵਾਲੇ ਪਾਸਿਓਂ ਜਾਈਏ ਨਾ ਬਾਸਰ ਕੇ ਰੋਡ, ਤੇ ਮਹਾਰਾਜ ਦਾ ਜਨਮ ਸਥਾਨ ਤਾਂ ਪਿੰਡ ਦੇ ਉਰਲੇ ਪਾਸੇ ਆ, ਤੇ ਇਹ ਪਾਰ ਲੰਘ ਜਾਂਦਾ ਪਿੰਡ ਤੋਂ। ਇਹ ਖੇਤ ਸਨ ਉਦੋਂ, ਹੁਣ ਕੁਝ ਵਸੋਂ ਹੋਈ ਆ, ਦੁਕਾਨਾਂ ਆਦਿਕ ਪਈਆਂ ਨੇ। ਤੋ ਗਰੀਬ ਨਵਾਜ ਮਹਾਰਾਜ ਦੇ ਘਰ ਤੋਂ ਜਿਹੜਾ ਦੂਰ ਸੀ ਇਹ ਖੇਤ ਵਿੱਚ ਕੋਠਾ ਗਵਾਲਿਆਂ ਦਾ। ਤਿਸ ਕੋ ਦਰ ਮੂੰਦਨ ਕਰਿਓ ਤੇ ਉਹਦਾ ਦਰਵਾਜ਼ਾ ਐਨ ਚੰਗੀ ਤਰ੍ਹਾਂ ਠੋਕ ਕੇ ਬੰਦ ਕਰ ਦਿੱਤਾ ਹਜ਼ੂਰ ਨੇ। ਲਿਖ ਕੇ ਬਿਧਰੂਰੀ ਤੇ ਇੱਕ ਚਿੱਠੀ ਜਾਂ ਪੱਤਰ ਜਾਂ ਫਟਾ ਲਿਖ ਕੇ ਚੰਗਾ ਸੋਹਣੀ ਤਰ੍ਹਾਂ ਜੋ ਦਰ ਖੋਲਹਿ ਆਨ ਕੇ ਉਹ ਬਾਹਰ ਲਟਕਾਤਾ ਦਰਵਾਜ਼ੇ ਦੇ। ਉਹਦੇ ਉੱਤੇ ਲਿਖ ਦਿੱਤਾ ਵੀ ਜਿਹੜਾ ਵੀ ਇਹ ਦਰਵਾਜ਼ਾ ਖੋਲੇਗਾ ਤਿਸ ਦੋਸ ਲੱਗਾ ਹੈ। ਉਹਨੂੰ ਬੜਾ ਭਾਰੀ ਉਹਦੇ ਸਿਰ ਤੇ ਔਗਣ ਪਾਪ ਚੜੇਗਾ, ਸਾਡੀ ਜਿਹੜੀ ਉਹ ਨਾ ਖੁਸ਼ੀ ਹੋਵੇਗੀ ਉਹਦੇ ਤੇ, ਸਾਡਾ ਕ੍ਰੋਧ ਸਹੇੜੇਗਾ ਭਾਈ ਜਿਹੜਾ ਇਹ ਦਰਵਾਜ਼ਾ ਖੋਲੇਗਾ। ਨਹੀਂ ਸਿੱਖ ਤਿਸ ਕੇ ਨਾ ਗੁਰ ਨਹੀਂ ਸਿੱਖ ਤਿਸਕੇ ਨਾ ਗੁਰ, ਅਸੀਂ ਉਹਦੇ ਗੁਰੂ ਨਹੀਂ ਹੋਵਾਂਗੇ ਤੇ ਉਹ ਸਾਡਾ ਸਿੱਖ ਨਹੀਂ ਹੋਵੇਗਾ। ਨਹਿ ਸ਼੍ਰੇਯ ਭਗੈ ਹੈ ਤੇ ਉਹ ਸਾਥੋਂ ਮੁਕਤੀ ਦੀ ਆਸ ਨਾ ਰੱਖੇ ਕਦੇ, ਉਹਦਾ ਬਾਹ ਨਹੀਂ ਅਸੀਂ ਪਕੜਾਂਗੇ। ਬਿਗੜੈ ਲੋਕ ਪਰਲੋਕ ਤੇ ਜਿਹੜਾ ਦਰਵਾਜ਼ਾ ਖੋਲੇਗਾ ਉਹਦਾ ਇਹ ਸੰਸਾਰ 'ਚ ਵੀ ਦੁੱਖ ਭੋਗੇਗਾ, ਪਰਲੋਕ ਵਿੱਚ ਵੀ ਉਹਦਾ ਲੋਕ ਪਰਲੋਕ ਵਿਗੜੇਗਾ, ਦੁਖੀ ਹੋਵੇਗਾ। ਹਮ ਹਵੈ ਨਾ ਸਹਾਏ ਤੇ ਦੁੱਖ ਵਿੱਚ ਤੇ ਲੋਕ ਪਰਲੋਕ ਵਿੱਚ ਅਸੀਂ ਉਸ ਦੇ ਸਹਾਇਤਾ ਕਰਨ ਵਾਲੇ ਨਹੀਂ ਹੋਵਾਂਗੇ। ਇਮ ਲਿਖ ਕੇ ਦਰ ਉਪਰੇ ਇਸ ਤਰ੍ਹਾਂ ਲਿਖ ਕੇ ਨਾ ਮਹਾਰਾਜ ਜੀ ਸਤਿਗੁਰਾਂ ਨੇ ਉਸ ਦਰਵਾਜ਼ੇ ਨੂੰ ਬੰਦ ਕਰਕੇ ਤੇ ਦਰਵਾਜ਼ੇ ਦੇ ਉੱਤੇ ਹੀ ਅੰਤਰ ਪਰਵਿਸ਼ਾਏ ਤੇ ਆਪ ਉਸ ਦਰਵਾਜ਼ੇ ਬੰਦ ਕਰ ਦਿੱਤਾ। ਉਸ ਕਮਰੇ ਵਿੱਚ ਵੜ ਬੈਠੇ ਹਜ਼ੂਰ। ਤਿਸ ਕੋਠੇ ਮਹਿ ਛਪ ਗਏ ਉਸ ਗਵਾਲਿਆਂ ਦੇ ਕੋਠੇ ਦੇ ਵਿੱਚ ਛੁਪ ਕੇ ਬੈਠ ਗਏ ਸਭ ਤੋਂ ਚੋਰੀ। ਪਦਮਾਸਨ ਕੀਨਾ ਤੇ ਪਦਮਾਸਨ ਲਾ ਲਿਆ ਪਰਮੇਸ਼ਰ ਦੇ ਵਿੱਚ ਧਿਆਨ ਧਰਨ ਵਾਸਤੇ। ਲੱਗੀ ਸਮਾਧ ਅਗਾਧ ਹੀ ਤੇ ਗਹਿਰ ਗੰਭੀਰ ਡੂੰਘੀ ਸਮਾਧੀ ਪਰਮੇਸ਼ਰ ਦੇ ਵਿੱਚ ਲੱਗ ਗਈ ਉਹਨਾਂ ਦੀ। ਏਕ ਰਸ ਪੀਨਾ ਇੱਕ ਰਸ ਨਾਮ ਰਸ ਪਰਮੇਸ਼ਰ ਦੇ ਬ੍ਰਹਮਾ ਆਨੰਦ ਬ੍ਰਹਮਾ ਰਸ ਵਿੱਚ ਹੀ ਭਿੱਜ ਗਏ। ਗੋਇੰਦਵਾਲ ਪ੍ਰਭਾਤ ਭੀ ਤੇ ਇਹ ਜਰ ਸੱਚੇ ਪਾਤਸ਼ਾਹ ਜੀ ਜਦੋਂ ਗੋਇੰਦਵਾਲ, ਮੈਂ ਇੱਥੇ ਹੀ ਸੀ ਗੋਇੰਦਵਾਲ ਸਾਹਿਬ ਤੇ, ਜਦੋਂ ਗੋਇੰਦਵਾਲ ਸਵੇਰਾ ਚੜ੍ਹਿਆ, ਦਿਨ ਚੜ੍ਹਿਆ, ਤਹਿ ਗੁਰੂ ਨ ਪਾਇਓ। ਸੰਗਤਾਂ ਦਰਸ਼ਨ ਕਰਨ ਵਾਸਤੇ ਚੁਬਾਰਾ ਸਾਹਿਬ ਜਾਂਦੀਆਂ, ਪਰ ਉੱਥੇ ਗੁਰੂ ਅਮਰਦਾਸ ਮਹਾਰਾਜ ਕਿਸੇ ਨੂੰ ਦਿਸਦੇ ਨਹੀਂ। ਖੋਜਤ ਸਿੱਖ ਅਨੇਕ ਹੀ ਤੇ ਬੜੇ ਸਿੱਖ ਫਿਰ ਗੁਰੂ ਅਮਰਦਾਸ ਮਹਾਰਾਜ ਨੂੰ ਲੱਭਦੇ ਫਿਰਦੇ, ਕਿਤ ਹਉ ਨਾ ਦਰਸਾਇਓ। ਪਰ ਸਾਰੇ ਗੋਇੰਦਵਾਲ ਸਾਹਿਬ ਕੋਈ ਬਿਆਸਾ ਦੇ ਕੰਢੇ ਵੇਖਦਾ ਵੀ ਇਸ਼ਨਾਨ ਕਰਨ, ਕੋਈ ਬੌਲੀ ਸਾਹਿਬ ਵੇਖਦਾ ਵੀ ਗਏ ਹੋਣ ਕਿਤੇ, ਪਰ ਸੰਗਤਾਂ ਨੂੰ ਪਾਤਸ਼ਾਹ ਜੀ ਕਿਤੇ ਨਾ ਡਿੱਠੇ। ਸ਼੍ਰੀ ਅਰਜਨ ਗੁਰ ਸ਼੍ਰੋਣ ਸੁਨ ਇਧਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਸੁਣੋ ਹੋਰ ਕੰਨਾਂ ਰਾਹੀਂ ਜੋ ਹੋ ਗਿਆ। ਮੈਂ ਭਇਓ ਆਨੰਦੇ ਮੈਨੂੰ ਬਹੁਤ ਖੁਸ਼ੀ ਚੜੀ। ਬਾਬਾ ਦਾਤੂ ਜੀ ਕਹਿੰਦੇ ਮਹਾਰਾਜ ਗੁਰੂ ਅਰਜਨ ਪਾਤਸ਼ਾਹ ਜਦੋਂ ਵੇਖਿਆ ਨਾ ਵੀ ਹੁਣ ਗੋਇੰਦਵਾਲ ਵਿਹਲਾ ਹੋ ਗਿਆ,
ਗੁਰੂ ਅਮਰਦਾਸ ਜੀ ਚਲ ਗਏ ਇੱਥੋਂ ਤੇ ਮੈਂ ਬਹੁਤ ਖੁਸ਼ ਹੋਇਆ, ਮੈਨੂੰ ਬੜਾ ਆਨੰਦ ਆਇਆ। ਸਭ ਵਸਤੂ ਧਨ ਆਦ ਜੇ। ਮੈਂ ਆਖਿਆ ਜਿੰਨਾ ਧਨ ਪਿਆ ਗੋਇੰਦਵਾਲ ਸਾਹਿਬ ਵਿੱਚ, ਕਿੰਨੇ ਵੱਡੇ ਵੱਡੇ ਦੇਗੇ ਤੇ ਬੇਅੰਤ ਰਸਤਾਂ, ਕੱਪੜਾ, ਬੇਸ਼ਕੀਮਤੀ ਗਹਿਣੇ ਗੱਟੇ, ਕਿੰਨੀ ਮਾਇਆ ਪਈ ਹੈ, ਹੋਰ ਬੜਾ ਸਾਜੋ ਸਮਾਨ। ਕਰ ਆਪਨ ਬਿਲੰਦੇ। ਮੈਂ ਸਾਰਾ ਕੁਝ ਜਿਹੜਾ ਹੈ ਬੰਨ ਲਵਾਂਗਾ, ਆਪਦਾ ਬਣਾ ਲਵਾਂਗਾ। ਵਸਤਰ ਵਿਭੂਖਣ ਪਹਿਰ ਕੇ। ਬੜੇ ਸੋਹਣੇ ਬਸਤਰ, ਗਹਿਣੇ ਤੇ ਬੜੇ। ਫਿਰ ਮੈਂ ਮਹਾਰਾਜ ਵੇਖਿਆ ਵੀ ਹੁਣ ਇੱਥੇ ਪਾਤਸ਼ਾਹ ਤਾਂ ਹੈ ਨਹੀਂ, ਮੈਂ ਚੰਗੇ ਗਹਿਣੇ ਗੁਣੇ, ਹਾਰ ਜਿਹੜੇ ਵੇ ਗਲ ਵਿੱਚ ਪਾ ਕੇ, ਸੋਹਣੀ ਪੱਗ ਬੰਨ੍ਹ ਕੇ, ਚੰਗਾ ਜਿਹੜਾ ਵਧੀਆ ਚੋਲਾ ਪਾ ਕਰਕੇ, ਕਰ ਔਰ ਹੰਕਾਰਾ। ਤੇ ਬੜਾ ਗੁਰੂ ਬਣ ਕੇ ਨਾ ਆਪਦੇ ਆਪ ਤੇ ਹੰਕਾਰੀ ਜਿਹਾ ਹੋ ਕਰਕੇ, ਗਾਦੀ ਪਰ ਬੈਠਤ ਪਇਓ। ਚੰਗਾ ਉੱਚਾ ਸਾਰਾ ਸੁੱਟ ਕੇ ਨਾ, ਜਿਹੜੇ ਗਦੇਲੇ ਤੇ ਉੱਚੀ ਸਾਰੀ ਗੱਦੀ ਲਾ ਕੇ, ਮੈਂ ਫਿਰ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੇ ਥਾਵੇਂ ਬੈਠ ਗਿਆ। ਤਨ ਲੋਭ ਸੁਤਾਰਾ। ਤੇ ਮਨ ਵਿੱਚ ਲਾਲਚ ਰੱਖਿਆ ਵੀ ਹੁਣ ਬਹੁਤ ਸੰਗਤਾਂ ਆਉਣਗੀਆਂ ਤੇ ਮਾਇਆ ਜਿੰਨੀ ਆਊ ਮੈਂ ਸਾਰੀ ਇਕੱਠੀ ਕਰ ਲਵਾਂਗਾ। ਕਰਤ ਰਹਿਓ ਪ੍ਰਤੀਖਨਾ। ਪਰ ਮਹਾਰਾਜ ਸੱਚ ਜਾਣੋ, ਅਸੀਂ ਉਡੀਕਦੇ ਹੀ ਰਹਿ ਗਏ ਸੰਗਤਾਂ ਦੇ ਤਾਈਂ। ਕੋ ਆਏ ਨ ਪਾਸਾ। ਸਾਡੇ ਪਾਸ ਕੋਈ ਨਹੀਂ ਆਇਆ, ਬਸ ਇਕੱਲੇ ਹੀ ਬੈਠੇ ਰਹਿ ਗਏ ਸਾਂ। ਨਹੀਂ ਉਪਾਇਨ ਕਿਨ ਦਈ। ਕੋਈ ਦਰਸ਼ਨ ਨਹੀਂ ਕਰਨ ਆਇਆ, ਕਿਸੇ ਨੇ ਮਹਾਰਾਜ ਸਾਨੂੰ ਸੀਸ ਨਹੀਂ ਝੁਕਾਇਆ, ਭੇਟਾ ਕਿਸ ਨੇ ਦੇਣੀ ਹੈ। ਨਹਿ ਪੂਜੀ ਆਸਾ। ਤੇ ਨਾ ਫਿਰ ਸਾਡੀ ਇੱਛਾ ਨਾ ਪੂਰੀ ਹੋਈ ਵੀ ਅਸੀਂ ਆਖਿਆ ਸੰਗਤਾਂ ਹੁਣ ਆਉਣਗੀਆਂ, ਵੀ ਇੱਥੇ ਜਿਹੜੇ ਵੇ ਦਾਤੂ ਜੀ ਗੁਰੂ ਬਣ ਗਏ ਹੈ ਤੇ ਸੰਗਤਾਂ ਸਾਨੂੰ ਧਨ ਦੇਣਗੀਆਂ, ਮਾਇਆ ਮੱਥੇ ਟੇਕਣਗੀਆਂ, ਜੈ ਜੈਕਾਰ ਹੋਊ ਸਾਡੀ। ਮਹਾਰਾਜ ਸਾਡੀ ਇੱਛਾ ਵਿੱਚ ਹੀ ਰਹਿ ਗਈ, ਪੂਰੀ ਨਾ ਹੋ ਸਕੀ। ਭੂਲਿਓ ਆਚਕ ਆਏ ਜੋ। ਜੇ ਕੋਈ ਭੁੱਲਿਆ ਚੁੱਕਾ ਆ ਵੀ ਜਾਂਦਾ ਸੀ ਵੀ ਸ਼ਾਇਦ ਗੁਰੂ ਅਮਰਦਾਸ ਬੈਠੇ ਹੋਣ, ਅਵਲੋਕ ਪਧਾਰੇ। ਜਦੋਂ ਸਾਨੂੰ ਬੈਠਿਆਂ ਵੇਖ ਲੈਂਦਾ ਸੀ, ਦਰਵਾਜ਼ੇ ਤੋਂ ਹੀ ਪਿੱਛੇ ਮੁੜ ਜਾਂਦਾ ਸੀ। ਰੁਖ ਮਿਲਬੇ ਕੋ ਨਹਿ ਕਰੈ। ਉਹ ਮਨ ਦਾ ਮੂੰਹ ਹੀ ਨਹੀਂ ਸੀ ਕਰਦੇ ਸਾਡੇ ਵੱਲ ਮਿਲਣ ਵਾਸਤੇ, ਦੂਰੋਂ ਹੀ ਵੇਖ ਕੇ ਪਿੱਛੇ ਮੁੜ ਜਾਂਦੇ ਵੀ ਇਹ ਤਾਂ ਉਹ ਦਾਤੂ ਜੀ ਨੇ ਮਹਾਰਾਜ ਦੇ ਲੱਤ ਮਾਰੀ ਹੈ। ਇਸ ਤਰ੍ਹਾਂ ਕਹਿ ਕੇ ਸਾਡੇ ਮੂੰਹ ਤੇ ਦਰਵਾਜ਼ੇ ਤੋਂ ਹੀ ਪਿੱਛੇ ਸੰਗਤ ਪੰਡਾਲ ਚੋਂ ਮੁੜ ਜਾਂਦੀ। ਨਹਿ ਗੁਰੂ ਨਿਹਾਰੈ। ਤੇ ਸਾਨੂੰ ਗੁਰੂ ਰੂਪ ਕਰਕੇ ਨਹੀਂ ਕਿਸੇ ਨੇ ਵੇਖਿਆ। ਗੁਣ ਵਿਹੀਨ ਪੂਜਾ ਕਹਾਂ। ਮਹਾਰਾਜ ਗੁਣ ਤਾਂ ਹੈ ਨਹੀਂ, ਤੇ ਜਿਹਦੇ ਕੋਲ ਗੁਣ ਨਾ ਹੋਵੇ ਉਹਦੀ ਪੂਜਾ ਕਿੱਥੇ ਹੁੰਦੀ ਹੈ। ਵਿਦਿਆ ਬਿਨ ਮਾਨਾ। ਤੇ ਜਿਵੇਂ ਕਿਸੇ ਕੋਲ ਵਿਦਿਆ ਨਾ ਹੋਵੇ ਤੇ ਵਿਦਿਆ ਤੋਂ ਬਿਨਾ ਮਾਣ ਸਤਿਕਾਰ ਨਹੀਂ ਕਦੇ ਹੁੰਦਾ ਹੈ। ਜੀਤ ਕਹਾਂ ਬਿਨ ਸੂਰਤਾ। ਤੇ ਮਹਾਰਾਜ ਯੋਧੇ ਨਾ ਹੋਈਏ, ਨਿਡਰਤਾ ਨਾ ਹੋਵੇ, ਸੂਰਮਿਆਂ ਵਾਲੇ ਗੁਣ ਨਾ ਹੋਣ ਤੇ ਕਦੇ ਜਿੱਤ ਨਹੀਂ ਹੁੰਦੀ। ਜਿਵੇਂ ਮਨ ਥਿਤ ਬਿਨ ਧਿਆਨਾ। ਤੇ ਮਨ ਟਿਕੇ ਬਿਨਾ ਧਿਆਨ ਨਹੀਂ ਜਿਵੇਂ ਲੱਗਦਾ ਹੈ। ਬਿਨ ਸੰਤੋਖ ਔਰ ਸੁਖ ਕਹਾਂ। ਜਿਵੇਂ ਸੰਤੋਖ ਤੋਂ ਬਿਨਾਂ ਹਿਰਦੇ ਵਿੱਚ ਸੁਖ ਨਹੀਂ ਕਦੇ ਮਿਲਦਾ। ਤਪ ਬਿਨਾ ਨ ਰਾਜੂ। ਤੇ ਤਪ ਤੋਂ ਬਿਨਾਂ ਮਹਾਰਾਜ ਜਿਵੇਂ ਰਾਜ ਨਹੀਂ ਪ੍ਰਾਪਤ ਹੁੰਦਾ ਹੈ। ਗਿਆਨ ਕਹਾਂ ਬਿਨ ਸਤਿਗੁਰੂ। ਸਤਿਗੁਰੂ ਜੀ ਪੂਰੇ ਗੁਰੂ ਤੋਂ ਬਿਨਾਂ ਗਿਆਨ ਕਿੱਥੇ ਪ੍ਰਾਪਤ ਹੁੰਦਾ ਹੈ। ਸੋਭਾ ਬਿਨ ਲਾਜੂ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਲਾਜ ਤੋਂ ਬਿਨਾਂ, ਸ਼ਰਮ ਤੋਂ ਬਿਨਾਂ ਕਦੇ ਕਿਸੇ ਦੀ ਸੋਭਾ ਕਿੱਥੇ ਹੁੰਦੀ ਹੈ। ਬਿਨ ਜਹਾਜ ਤਰੇ ਬੋ ਕਹਾਂ। ਸਮੁੰਦਰ ਤਰਿਆ ਨਹੀਂ ਜਾਂਦਾ ਮਹਾਰਾਜ ਜੀ, ਕਿਵੇਂ ਤਰਿਆ ਜਾਂਦਾ ਜਹਾਜ਼ ਤੋਂ ਬਿਨਾਂ? ਸਮੁੰਦਰ ਜਿਵੇਂ ਨਹੀਂ ਤਰੇ ਜਾਂਦੇ। ਸਾਗਰ ਅਸਗਾਹੂ। ਬੜੇ ਗਹਿਰ ਗੰਭੀਰ ਜਿਹੜੇ ਸਮੁੰਦਰ ਹੁੰਦੇ ਆ, ਉਹ ਜਹਾਜ਼ ਤੋਂ ਬਿਨਾਂ ਕਿੱਥੇ ਤਰੇ ਜਾਂਦੇ ਆ। ਭਗਤ ਕਹਾਂ ਬਿਨ ਪ੍ਰੇਮ ਕੇ। ਸਤਿਗੁਰੂ ਪ੍ਰੇਮ ਤੋਂ ਬਿਨਾਂ ਭਗਤੀ ਕਿੱਥੇ ਹੁੰਦੀ ਕਿਸੇ ਤੋਂ। ਪਗ ਪੰਕਜ ਮਾਹੂ। ਚਰਨ ਕਮਲਾਂ ਦੇ, ਸਤਿਗੁਰੂ ਪਰਮੇਸ਼ਰ ਦੇ ਚਰਨ ਕਮਲਾਂ ਦੀ ਜੇ ਪ੍ਰੇਮ ਨਾ ਹੋਵੇ ਪਰਮੇਸ਼ਰ ਦਾ, ਤੇ ਮਹਾਰਾਜ ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੁੰਦੀ ਹੈ। ਕਵਿਤਾ ਬਿਨ ਕੀਰਤ ਕਹਾਂ। ਕੋਈ ਕਵੀਸ਼ਰੀ ਬਣਿਆ ਫਿਰੇ ਪਰ ਕਵਿਤਾ ਨਾ ਆਉਂਦੀ ਹੋਵੇ, ਤੇ ਕਵਿਤਾ ਤੋਂ ਬਿਨਾਂ ਮਹਾਰਾਜ ਕਿਸੇ ਦੀ ਕਿਵੇਂ ਸੋਭਾ ਹੁੰਦੀ ਹੋ ਸਕਦੀ ਹੈ। ਜਸ ਬਿਨਾ ਨ ਦਾਨਾ। ਤੇ ਦਾਨ ਖੁੱਲਾ ਡੁੱਲਾ ਦਿੱਤੇ ਬਿਨਾਂ ਕਦੇ ਵਡਿਆਈ ਨਹੀਂ ਮਿਲਦੀ ਹੈ। ਮੁਕਤ ਕਹਾਂ ਬਿਨ ਪ੍ਰਭੂ ਕੇ। ਪੂਰੇ ਗੁਰੂ ਪਰਮੇਸ਼ਰ ਤੋਂ ਬਿਨਾਂ ਮੁਕਤੀ ਕਿੱਥੇ ਮਿਲਦੀ ਕਿਸੇ ਨੂੰ। ਬਿਨ ਸੁਰ ਬਿਨਾ ਨ ਗਾਨਾ। ਤੇ ਗਾਇਆ ਨਹੀਂ ਜਾਂਦਾ ਸੁਰ ਤੋਂ ਬਿਨਾਂ, ਬੇਸੁਰਾ ਗਾਣਾ ਕਿਸੇ ਨੂੰ ਸੁਭਾਏਮਾਨ ਨਹੀਂ ਹੁੰਦਾ ਜਾਂ ਚੰਗਾ ਨਹੀਂ ਲੱਗਦਾ। ਸਾਧ ਗੁਣ ਬਿਨਾ ਨ ਸ਼੍ਰੇਯ ਹੈ। ਤੇ ਦੇਵੀ ਸੰਪਦਾ, ਸਤ ਸੰਤੋਖ, ਦਇਆ ਧਰਮ ਖਿਮਾ ਅਹਿੰਸਾ ਦਇਆ ਅੰਮ੍ਰਿਤ, ਸਤ ਬਚਨ ਤਪ ਦਾਨ ਸੀਲ ਸੌਚ ਤ੍ਰਿਸ਼ਨਾ ਬਿਨਾ, ਇਹਨਾਂ ਤੋਂ ਬਿਨਾਂ ਸੱਚੇ ਪਾਤਸ਼ਾਹ ਮਹਾਰਾਜ ਜੀ
ਮੁਕਤੀ ਕਿੱਥੇ ਹੁੰਦੀ ਹੈ। ਸ਼ਰਧਾ ਬਿਨ ਸੇਵਾ, ਜਿਵੇਂ ਸੇਵਾ ਨਹੀਂ ਹੁੰਦੀ ਸ਼ਰਧਾ ਤੋਂ ਬਿਨਾ, ਜਿਵੇਂ ਸ਼ਰਧਾ ਤੋਂ ਬਿਨਾ ਸੇਵਾ ਨਹੀਂ ਨਾ ਹੁੰਦੀ ਮਹਾਰਾਜ ਸਤਿਗੁਰੂ ਜੀਓ। ਮੰਤਰ ਸਿੱਧ ਬਿਨ ਜਪ ਕਹਾਂ, ਤੇ ਮੰਤਰ ਸਿੱਧ ਕਰੇ ਬਿਨਾ ਮਹਾਰਾਜ ਉਸ ਦਾ ਜਪ ਕਿੱਥੇ ਹੁੰਦਾ ਹੈ, ਜਾਂ ਜਪ ਕੀਤੇ ਬਿਨਾ ਮੰਤਰ ਕਿੱਥੇ ਸਿੱਧ ਹੁੰਦੇ ਹਨ। ਵਰ ਬਿਨਾ ਨ ਦੇਵਾ, ਜਿਵੇਂ ਦੇਵਤਾ ਵਰ ਤੋਂ ਬਿਨਾ ਕਿਸੇ ਕੰਮ ਦਾ ਨਹੀਂ ਹੁੰਦਾ। ਬਿਨ ਸਿੱਖੀ ਤਰੇ ਬੋ ਕਹਾਂ, ਤੇ ਸਿੱਖੀ ਤੋਂ ਬਿਨਾ ਨਿਸਤਾਰਾ ਸੰਸਾਰ ਤੋਂ ਕਿਵੇਂ ਹੁੰਦਾ ਹੈ। ਜਗ ਸਾਗਰ ਭਾਰਾ, ਜਿਹੜਾ ਭਾਰਾ ਸੰਸਾਰ ਸਮੁੰਦਰ ਇਸ ਵਿੱਚੋਂ ਦੀ। ਦਇਓਸ ਕਹਾਂ ਸੂਰਜ ਬਿਨਾ, ਮਹਾਰਾਜ ਦਿਨ ਕਿੱਥੇ ਹੈ, ਸੂਰਜ ਤੋਂ ਬਿਨਾ ਦਿਨ ਕਿਵੇਂ ਚੜ੍ਹਦੇ ਆ, ਕਦੇ ਸੂਰਜ ਤੋਂ ਬਿਨਾ ਵੀ ਦਿਨ ਚੜ੍ਹੇ ਹਨ। ਮੈਂ ਏਵ ਵਿਚਾਰਾ, ਮੈਂ ਇਹ ਗੱਲ ਵਿਚਾਰ ਲਈ ਸੀ ਫਿਰ ਜਦੋਂ ਗੁਰੂ ਅਮਰਦਾਸ ਮਹਾਰਾਜ ਨੂੰ ਜਾਣ ਤੋਂ ਬਾਅਦ ਮੈਂ ਗੱਦੀ ਲਾ ਕੇ ਬੈਠਾ ਰਿਹਾ ਨਾ, ਤੇ ਜਦੋਂ ਕਿਸੇ ਇੱਕ ਨੇ ਵੀ ਮੱਥਾ ਨਾ ਟੇਕਿਆ, ਮੈਂ ਜਾਣ ਗਿਆ ਮਹਾਰਾਜ ਵੀ ਸੋਭਾ ਨਹੀਂ ਹੁੰਦੀ ਸ਼ਰਮ ਤੋਂ ਬਿਨਾ। ਤੋ ਜਹਾਜ਼ ਬਿਨਾ ਜਿਵੇਂ ਸਮੁੰਦਰ ਨਹੀਂ ਤਰਿਆ ਜਾਂਦਾ, ਪਰ ਸ਼ਰਧਾ ਬਿਨਾ ਸੇਵਾ ਨਹੀਂ ਹੁੰਦੀ, ਦਾਨ ਬਿਨਾ ਵਡਿਆਈ ਨਹੀਂ ਹੁੰਦੀ। ਮਹਾਰਾਜ ਮੈਂ ਜਾਣ ਲਿਆ ਵੀ ਗੁਰੂ ਅੰਗਦ ਪਾਤਸ਼ਾਹ ਦੀ ਕਿਰਪਾ ਬਿਨਾ ਗੁਰੂ ਨਹੀਂ ਬਣਿਆ ਜਾ ਸਕਦਾ। ਇਹ ਮੇਰੇ ਮਨ ਵਿੱਚ ਚੰਗੀ ਤਰ੍ਹਾਂ ਸਮਝ ਪੈ ਗਈ ਸੀ। ਨਮੋ ਨ ਕੀਨੀ ਸਿੱਖ ਕਿਹ, ਕਿਸੇ ਸਿੱਖ ਨੇ ਮੈਨੂੰ ਨਮਸਕਾਰ ਵੀ ਨਾ ਕੀਤੀ। ਕਿਤ ਰਹਿਓ ਸੋ ਦੈਬੋ, ਤੇ ਕੁਝ ਦੇਣਾ ਤਾਂ ਕਿਤੇ ਰਹਿ ਗਿਆ, ਮੱਥਾ ਟੇਕਣਾ ਭੇਟਾ ਦੇਣੀ ਤਾਂ ਕਿਤੇ ਰਹਿ ਗਈ, ਮੈਨੂੰ ਕਿਸੇ ਨੇ ਹੱਥ ਵੀ ਨਾ ਜੋੜੇ। ਸੁਨਤ ਖਿਜਹਿ ਸਭ ਮਨ ਬਿਖੈ, ਸਗੋਂ ਸੁਣ ਸੁਣ ਕੇ ਹੀ ਸਾਰੇ ਮਨ ਵਿੱਚ ਬੜਾ ਖਿਝ ਜਾਂਦੇ ਸੀ ਮੇਰੇ ਨਾਂ ਤਾਈਂ। ਕਿਆ ਤਿਨ ਤੇ ਲੈਬੋ, ਕਿ ਫਿਰ ਮਹਾਰਾਜ ਜੀ ਮੇਰਾ ਨਾਮ ਲੈ ਕੇ ਸਾਰੇ ਮਨ ਵਿੱਚ ਖਿਝ ਜਾਂਦੇ ਸੀ। ਕਹਿੰਦੇ ਦਾਤੂ ਉਹਦੇ ਮੱਥੇ ਲੱਗ ਕੇ ਪਾਪ ਚੜਾਉਣਾ ਜਿਹਨੇ ਗੁਰੂ ਅਮਰਦਾਸ ਮਹਾਰਾਜ ਦਾ ਲਿਹਾਜ਼ ਨਹੀਂ ਕੀਤਾ, ਲੱਤ ਮਾਰ ਦਿੱਤੀ ਬਿਰਧ ਸਰੀਰ ਨੂੰ। ਮਹਾਰਾਜ ਸਾਡਾ ਨਾਂ ਸੁਣ ਕੇ ਹੀ ਸਾਰੇ ਖਿਝ ਕਰਨ ਲੱਗ ਪਏ ਸੀ, ਸਾਥੋਂ ਨਫ਼ਰਤ ਕਰਨ ਲੱਗ ਪਏ ਸਨ। ਕਹਿੰਦੇ ਇਸ ਦਾਤੂ ਤੋਂ ਮੱਥੇ ਲੱਗ ਕੇ ਮੱਥਾ ਟੇਕ ਕੇ ਕੀ ਲੈਣਾ, ਕੁਝ ਨਹੀਂ ਮਿਲੇਗਾ। ਗੁਰਤਾ ਗਾਦੀ ਜਿਸ ਹੈ ਟਿਗ, ਗੁਰਤਾ ਦਾ ਸਿੰਘਾਸਨ ਜਿਹੜਾ ਮਹਾਰਾਜ ਜੀ ਜਿਸ ਦੇ ਕੋਲ ਹੁੰਦਾ ਹੈ, ਤਿਸ ਹੀ ਕੀ ਪੂਜਾ, ਉਸੇ ਦੀ ਪੂਜਾ ਹੁੰਦੀ। ਜਿਹਨੂੰ ਗੁਰੂ ਅੰਗਦ ਦੇਵ ਮਹਾਰਾਜ ਨੇ ਥਾਪਿਆ ਨਾ ਗੁਰੂ ਅਮਰ ਪਾਤਸ਼ਾਹ ਨੂੰ, ਉਹਨਾਂ ਦੀ ਤਦੇ ਹੀ ਪੂਜਾ ਹੋ ਰਹੀ ਹੈ ਸੀ। ਬਿਨ ਅਜਮਤ ਕੈਸੇ ਪੂਜਾ ਹੈ, ਤੇ ਸ਼ਕਤੀ ਕਰਾਮਾਤ ਤੋਂ ਬਿਨਾ ਮਹਾਰਾਜ ਕਿੱਥੇ ਕੋ ਕਿਸੇ ਦੀ ਪੂਜਾ ਕਰਦਾ ਹੈ। ਬੈਠੇ ਜੇ ਦੂਜਾ, ਜੇ ਕੋ ਦੂਜਾ ਮੇਰੇ ਵਰਗਾ ਬਹਿ ਵੀ ਜਾਵੇ ਤਾਂ। ਗੁਰੂ ਅਮਰ ਕੇ ਸਦਨ ਤੇ, ਫਿਰ ਮਹਾਰਾਜ ਮੈਂ ਕੀ ਕੀਤਾ, ਪਤਾ ਲੱਗਿਆ ਵੀ ਹੁਣ ਮੈਨੂੰ ਪੂਜਣਾ ਤਾਂ ਹੈ ਨਹੀਂ ਕਿਸੇ ਇੱਥੇ। ਫਿਰ ਮਹਾਰਾਜ ਜਿੰਨਾ ਧਨ ਸੀ ਨਾ ਗੁਰੂ ਅਮਰਦਾਸ ਮਹਾਰਾਜ ਦੇ ਘਰ ਵਿੱਚ ਸੰਗਤਾਂ ਦਾ ਤੇ ਲੰਗਰਾਂ ਵਾਸਤੇ ਜਾਂ ਸੇਵਾ ਵਾਸਤੇ ਆਇਆ ਹੋਇਆ, ਮੈਂ ਸਭ ਕੁਛ ਲੀਨਾ, ਮੈਂ ਸਭ ਪੰਡਾ ਬੰਨ ਕੇ ਆਪਦੇ ਨਾਲ ਆਪਦੇ ਹੱਥ ਹੇਠ ਕਰ ਲਿਆ ਸੀ। ਦਰਬ ਸਰਬ ਲੈ ਗਰਬ ਹੱਥ, ਤੇ ਬੜਾ ਹੰਕਾਰ ਜਿਹਾ ਹੋ ਕਰਕੇ ਮੈਂ ਚੱਲੇ ਬੋ ਮਗ ਕੀਨਾ, ਤੇ ਰਸਤਾ ਫੜਿਆ ਤੇ ਖਡੂਰ ਸਾਹਿਬ ਨੂੰ ਤੁਰ ਪਿਆ। ਲੋਭ ਧਾਰ ਮੈਂ ਲੈ ਚੱਲਿਓ, ਲਾਲਚ ਦੇ ਵਸ ਹੋਇਆ ਮੈਂ ਸਾਰਾ ਧਾਨੀ ਗੋਇੰਦਵਾਲ ਸਾਹਿਬ ਤੋਂ ਇਕੱਠਾ ਕਰਕੇ ਲੈ ਕਰ। ਬੇਸਰ ਬਹਲਾਦੀ, ਤੇ ਇੱਕ ਖਚਰਾ ਐਨ ਫੁੱਲ ਭਰ ਕੇ ਲੱਦ ਲਈ ਹੈ ਸੀ। ਦੋਏ ਤ੍ਰੈ ਸੇਵਕ ਸੰਗ ਥੇ, ਦੋ ਤਿੰਨ ਸੇਵਕ ਮੇਰੇ ਨਾਲ ਸੀਗੇ। ਅਤ ਭਾ ਅਹਲਾਦੀ, ਅਸੀਂ ਸਾਰੇ ਹੀ ਬੜੇ ਆਨੰਦ ਦੇ ਸਹਿਤ, ਜਿਹੜਾ ਅਸੀਂ ਪੂਰੇ ਆਨੰਦ ਵਿੱਚ ਵੀ ਹੁਣ ਸਾਰੀ ਉਮਰ ਸੌਖੀ ਲੰਘ ਜਾਊਗੀ। ਖੱਚਰ ਭਰ ਕੇ ਮੋਹਰਾਂ ਦੀ ਤੇ ਸਾਜੋ ਸਮਾਨ ਹੋਰ ਲੀੜਾ ਕੱਪੜਾ ਗੱਡਾ ਭਰ ਕੇ ਅਸੀਂ ਨਾਲ ਲੈ ਲਿਆ ਮਹਾਰਾਜ। ਇੱਥੋਂ ਫਿਰ ਅਸੀਂ ਤੁਰ ਪਏ ਸੀਗੇ। ਤੋ ਫਿਰ ਜਿਵੇਂ ਸਾਧ ਸੰਗਤ ਜੀ ਫਿਰ ਦੱਸਦੇ ਆ ਬਾਬਾ ਦਾਤੂ ਜੀ ਵੀ ਰਾਹ ਵਿੱਚ ਫਿਰ ਜਿਵੇਂ ਝਗੜਾ ਹੋਇਆ, ਉਹ ਜਿਹੜੇ ਹੈ ਸੀ ਮੇਰੇ ਨਾਲ ਦੇ ਉਹ ਵੀ ਦੋਵੇਂ ਦੌੜ ਦੂੜ ਗਏ। ਧਨ ਵੀ ਸਾਰਾ ਚੋਰਾਂ ਨੇ ਖੋਲਿਆ, ਨਾਲੇ ਸੱਟਾ ਫੇਟਾਂ ਮਾਰੇ ਸਾਡੇ ਲਾਈਆਂ, ਨਾ ਧਨ ਪੱਲੇ ਰਿਹਾ ਤੇ ਨਿੰਦਾ ਖੱਟ ਲਈ ਸੰਗਤਾਂ ਦੀ। ਤੋ ਉਸ ਤੋਂ ਬਾਅਦ ਫਿਰ ਜਿਵੇਂ ਬਾਬਾ ਦਾਤੂ ਜੀ ਕਹਿੰਦੇ ਫਿਰ ਸਾਡੇ ਲੱਤ ਜਿਹੜੀ ਮਾਰੀ ਸੀ ਗੁਰੂ ਅਮਰਦਾਸ ਮਰਨ, ਉਹਦੇ ਵਿੱਚ ਦਰਦ ਰਹਿਣ ਲੱਗਿਆ ਸੀ। ਪਰਮੇਸ਼ਰ ਨੇ ਸਜ਼ਾ ਦਿੱਤੀ ਸਾਨੂੰ, ਭਾਵੇਂ ਅਸੀਂ ਗੁਰੂ ਅੰਗਦ ਮਹਾਰਾਜ ਦੇ ਸਾਹਿਬਜ਼ਾਦੇ ਸਾਂ। ਫਿਰ ਜਿਵੇਂ ਫਿਰ ਬਾਬਾ ਦਾਤੂ ਜੀਆਂ ਨੇ ਸਾਧ ਸੰਗਤ ਜੀ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਤੁਹਾਨੂੰ ਅਸੀਂ ਬੜੇ ਸਮੇਂ ਦੇ ਉਡੀਕਦੇ ਸੀ, ਸਾਨੂੰ ਪਤਾ ਸੀ ਆਪ ਜੀ ਆਓਗੇ, ਆਪ ਆਏ ਹੋ ਗੁਰੂ ਗਰੀਬ ਨਵਾਜ ਮਹਾਰਾਜ। ਤੇ ਹੁਣ ਮਹਾਰਾਜ ਸਾਡਾ ਵੀ ਇਹ ਜਿਹੜਾ ਦੁੱਖ ਹੈ ਦੂਰ ਕਰਕੇ ਜਾਓ। ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਬਾਬਾ ਦਾਤੂ ਜੀਆਂ ਨੂੰ ਇਹ ਪੀੜ ਦੇ ਦਰਦ ਤੋਂ ਨਿਜਾਤ ਦਿਵਾਈ। ਤੋ ਗਰੀਬ ਨਵਾਜ ਸਾਧ ਸੰਗਤ ਜੀ ਧੰਨ ਗੁਰੂ
ਅਰਜਨ ਦੇਵ ਜੀ ਮਹਾਰਾਜ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਗਾਵ ਤੇ ਉਦਰ ਹੈ, ਸੁਣ ਤੇ ਉਦਰ ਹੈ, ਬਿਨ ਸਹਿ ਪਾਪ ਕਨੇਰੇ। ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੈ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਖਾਲਸਾ ਜੀ ਪੱਥਰਾਂ ਤੀਕਰ ਤਾਰਿਆ, ਪਸ਼ੂ ਤਾਰੇ, ਮੂਰਖ ਤਾਰੇ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਦੇ ਤਾਰੇ ਗਿਨੇ ਜਾਤ ਹੈ, ਤੇਰੇ ਤਾਰੇ ਨਾ ਗਨਾਤ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਕਿੰਨਿਆਂ ਦੀ ਕਲਿਆਣ ਕੀਤੀ, ਉਹ ਗਿਣੇ ਨਹੀਂ ਜਾ ਸਕਦੇ। ਬੇਸ਼ੱਕ ਅਸਮਾਨ ਦੇ ਤਾਰੇ ਗਿਣੇ ਜਾ ਸਕਦੇ ਹਨ। ਤੋ ਗਰੀਬ ਨਵਾਜ ਦਾ ਪਾਵਨ ਇਤਿਹਾਸ, ਮਹਾਰਾਜ ਦੀਆਂ ਸੁੰਦਰ ਸਾਖੀਆਂ, ਜੀਵਨ ਸਾਡੇ ਹਿਰਦੇ ਵਿੱਚ ਵਸੇ। ਗਰੀਬ ਨਵਾਜ ਮਹਾਰਾਜ ਦਇਆ ਕਰਨ, ਸਾਨੂੰ ਵੀ ਗਰੀਬ ਨਵਾਜ ਨਿਮਰਤਾ ਭਾਵ ਗਰੀਬੀ ਔਰ ਧਰਮ ਵਿੱਚ ਪਰਪੱਖ ਰਹਿਣ ਦੀ ਜਾਚ, ਜੀਵਨ ਜਾਤ ਦੀਆਂ ਦਾਤਾਂ ਬਖਸ਼ਿਸ਼ ਕਰਨ। ਸਿੱਖੀ ਕੇ ਸਵਾਸਾਂ ਨਾਲ ਨਿਭੇ। ਇੱਥੇ ਭਾਈ ਸਮਾਪਤੀ ਹੋਈਆਂ। ਭੁੱਲਾਂ ਦੀ ਖਿਮਾ। ਗਰੀਬ ਨਵਾਜ ਆਪ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਗੁਰੂ ਅਮਰ ਕੇ ਸਦਨ ਤੇ, ਮੈਂ ਸਭ ਕੁਛ ਲੀਨਾ। ਦਰਬ ਸਰਬ ਲੈ ਗਰਬ ਹੱਥ, ਚਲੇ ਬੋ ਮਗ ਕੀਨਾ। ਲੋਭ ਧਾਰ ਮੈਂ ਲੈ ਚਲਿਓ, ਬੇਸਰ ਬਹਲਾਦੀ। ਦੋਏ ਤ੍ਰੈ ਸੇਵਕ ਸੰਗ ਥੇ, ਅਤ ਭਾਹਿਲਾਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।